Hello students, how are you? Welcome to your botany lecture. Beta, we were studying flower. In flower, we have to read dioecious flowers. Dioecious ਕੀ ਹੁੰਦਾ ਹੈ? Di मैंने two. When male or female flowers are present on different plants, ਉਹਨੂੰ ਅਸੀਂ ਕਹਿੰਦੇ ਹਾਂ dioecious. Monoecious, when male and female flowers are born on the same plant. ਸੋ ਨੀਚੇ ਡਾਇਗਰਾਮ ਦੇ ਵਿੱਚ ਜਾਂ ਤੁਹਾਨੂੰ ਕਲੀਅਰ ਦਿਖ ਰਿਹਾ ਫਿਗਰ ਦੇ ਵਿੱਚ ਮੇਲ ਔਰ ਫੀਮੇਲ ਜਿਹੜੇ ਸੈਕਸ ਔਰਗਨਸ ਆ ਇਨ ਸੇਮ ਫਲਾਰ, ਤਾਂ ਇਹ ਹੋ ਗਏ ਯੂਨੀ ਸੈਕਸ਼ੂਅਲ ਮੋਨੋਇਸ਼ੀਅਸ, ਇਹ ਹੋ ਗਏ ਮੋਨੋਇਸ਼ੀਅਸ। ਅਤੇ ਆ ਜਿਹੜੇ ਮੇਲ ਫਲਾਰ ਅਲੱਗ ਗਿਆ ਅਤੇ ਫੀਮੇਲ ਫਲਾਰ, ਇੱਕ ਥੋੜ੍ਹੇ ਜਿਹੇ ਵੱਡੇ ਹੁੰਦੇ, ਇੱਕ ਥੋੜ੍ਹੇ ਜਿਹੇ ਛੋਟੇ ਹੁੰਦੇ, ਦੇਖੋ, ਜਾਂ ਫਿਰ ਕਲਰ ਦਾ ਥੋੜ੍ਹਾ ਜਿਹਾ ਫਰਕ ਹੈਗਾ ਆ। ਤਾਂ ਇਹ ਹੋ ਗਏ ਡਾਇਓਸ਼ੀਅਸ ਪਲਾਂਟਸ, ਡਾਇਓਸ਼ੀਅਸ ਫਲਾਵਰਸ। ਫਿਰ ਜੇ ਹੁਣ ਅਸੀਂ ਅਗਲੀ ਟਰਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਅਸੀਂ ਸਮਿਟਰੀ ਜੇ ਫਲਾਵਰਸ ਦੀ ਪੜ੍ਹੀਏ ਤਾਂ ਐਕਟੀਨੋਮਾਰਫਿਕ ਅਤੇ ਜ਼ਾਈਗੋਮਾਰਫਿਕ, ਸਮਿਟਰੀਕਲ, ਏਸਿਮੈਟ੍ਰੀਕਲ ਟਰਮਸ ਹੁੰਦੀਆਂ ਆ। ਐਕਟੀਨੋਮਾਰਫਿਕ flowers which can bisect into similar halves along two or more planes। ਆ ਨੀਚੇ ਦੇਖੋ ਡਾਇਗਰਾਮ ਤੋਂ ਆਪਾਂ ਸਮਝਦੇ ਹਾਂ ਕਿ ਅਗਰ ਅਸੀਂ ਫਲਾਰ ਨੂੰ, ਆ ਦੇਖੋ, ਅਗਰ ਅਸੀਂ ਫਲਾਰ ਨੂੰ ਦੋ ਜਾਂ ਦੋ ਤੋਂ ਵੱਧ ਪਲੇਨਸ ਦੇ ਵਿੱਚ ਕੱਟੀਏ, ਆਹ ਪਲੇਨ ਹੋ ਗਿਆ, ਜਾਂ ਇਸ ਤਰ੍ਹਾਂ ਕੱਟ ਲਈਏ ਜਾਂ ਇਸ ਤਰ੍ਹਾਂ ਕੱਟ ਲਈਏ, ਪਲੇਨ ਤੋਂ ਕੱਟੀਏ ਤਾਂ ਉਹ ਟੂ ਈਕਵਲ ਹਾਫਸ, ਦੋ ਬਰਾਬਰ ਹਿੱਸਿਆਂ 'ਚ ਜੇ ਕੱਟ ਜਾਂਦਾ ਆ ਤਾਂ ਉਹ ਹੋ ਗਏ ਐਕਟੀਨੋਮੋਰਫਿਕ। ਯਾਦ ਰੱਖਿਓ, ਅਗਰ ਫਲਾਰ ਨੂੰ ਦੋ ਜਾਂ ਦੋ ਤੋਂ ਵੱਧ ਪਲੇਨ 'ਚ ਅਗਰ ਅਸੀਂ ਕੱਟੀਏ ਔਰ ਉਹ ਦੋ ਬਰਾਬਰ ਹਿੱਸਿਆਂ 'ਚ ਵੰਡ ਹੋ ਜਾਂਦਾ ਆ, ਟੁੱਟ ਜਾਂਦਾ, ਕੱਟ ਹੋ ਜਾਂਦਾ ਆ, ਉਹ ਹੋ ਗਏ ਐਕਟੀਨੋਮੋਰਫਿਕ ਫਲਾਰਸ। ਜ਼ਾਈਗੋਮਾਰਫਿਕ, ਅਗਰ ਅਸੀਂ ਫਲਾਰ ਨੂੰ ਇੱਕ ਪਲੇਨ ਤੋਂ ਕੱਟੀਏ, ਕਿਸੇ ਇੱਕ ਪਲੇਨ ਤੋਂ ਕੱਟੀਏ ਔਰ ਉਹ ਸਿਰਫ ਇੱਕ ਪਲੇਨ ਤੋਂ ਹੀ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋਵੇ, ਬਰਾਬਰ ਹਿੱਸਿਆਂ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਜ਼ਾਈਗੋਮਾਰਫਿਕ। ਹੁਣ ਜ਼ਾਈਗੋਮਾਰਫਿਕ ਨੂੰ ਡਿਵਾਈਡ ਦੇ ਸਾਈਨ ਵਾਂਗ ਇਸ ਤਰ੍ਹਾਂ ਉੱਪਰਲਾ ਡਾਟ ਥੋੜ੍ਹਾ ਜਿਹਾ ਵੱਡਾ ਹੁੰਦਾ ਆ, ਇਸ ਤਰ੍ਹਾਂ ਫਲੋਰਲ ਫਾਰਮੂਲਾ ਦੇ ਵਿੱਚ ਅਸੀਂ ਸਿੰਬਲ ਇਹਦਾ ਆਹ ਲਿਖਦੇ ਹਾਂ, ਉੱਪਰ ਅਤੇ ਥੱਲੇ ਇਹ ਡਿਵਾਈਡ 'ਚ ਇਹਦਾ ਸਾਈਨ ਪਾਉਂਦੇ ਆ ਫॉर ਜ਼ਾਈਗੋਮਾਰਫਿਕ। ਅਤੇ ਏਸਿਮੈਟ੍ਰੀਕਲ, ਅਗਰ ਫਲਾਰਸ ਜਿਹੜੇ ਇਰਰੈਗੂਲਰਲੀ ਅਰੇਂਜ ਹੋਣ, ਕੋਈ ਸਮਿਟਰੀ ਤੁਹਾਨੂੰ ਨਾ ਦਿਖੇ ਤਾਂ ਓਬਵੀਅਸ ਹੈ ਉਹ ਏਸਿਮੈਟ੍ਰੀਕਲ। ਅਗਰ ਫਲਾਰਸ ਜਿਹੜੇ ਆ ਉਹ ਬਿਲਕੁਲ ਸੀਕੁਐਂਸ ਵਾਈਜ਼ ਲੱਗੇ ਹੋਣ, ਉਹ ਹੋ ਗਏ ਸਮਿਟਰੀਕਲ। ਠੀਕ ਹੈ ਫਲਾਰਸ। ਫਿਰ ਜੇ ਹੋਰ ਅਸੀਂ ਗੱਲ ਕਰੀਏ ਕਿ ਜਿਹੜੇ ਫਲਾਰਸ ਆ, ਜਿਵੇਂ ਹੁਣ ਆਪਾਂ ਕਾਮਨ ਟਰਮਸ ਇਹ ਤੁਹਾਨੂੰ ਯੂਜ਼ ਹੋਣੀਆਂ ਆ ਜਦੋਂ ਅਸੀਂ ਡਿਟੇਲ ਟੋਪਿਕ ਪੜ੍ਹਨੇ ਆ, ਡਾਇਮੇਰਸ, ਟਰਾਈਮੇਰਸ, ਟੈਟਰਾਮੇਰਸ, ਪੈਂਟਾਮੇਰਸ। ਤਾਂ ਇਹ ਪੈਂਟਾਮੇਰਸ ਵਗੈਰਾ ਜਿਹੜੇ ਆ ਇਹ ਡਿਪੈਂਡ ਕਰਦੇ ਆ ਫਲੋਰਲ ਵਰਲਸ ਦੇ ਉੱਪਰ ਕਿ ਕਿੰਨੇ ਕੈਲਿਕਸ ਕਰੋਲਾ ਪ੍ਰੈਜੈਂਟ ਆ। ਜਿਵੇਂ ਹੁਣ ਆਹ ਫਲਾਰ ਦੇਖੋ, ਇਹਦੇ ਵਿੱਚ 3 ਪੈਟਲਸ ਪ੍ਰੈਜੈਂਟ ਆ ਆਹ, ਤਾਂ ਇਹ ਟਰਾਈਮੇਰਸ ਹੋ ਗਿਆ, ਟਰਾਈ ਮੈਨੇ 3, ਇਹਦੇ ਵਿੱਚ 5 ਪ੍ਰੈਜੈਂਟ ਆ ਤਾਂ ਇਹ ਪੈਂਟਾਮੇਰਸ ਹੋ ਗਿਆ, ਕਿਸੇ ਵਿੱਚ ਆ 4 ਪ੍ਰੈਜੈਂਟ ਆ ਤਾਂ ਉਹ ਟੈਟਰਾਮੇਰਸ ਫਲਾਰ ਹੋ ਗਿਆ। ਨੰਬਰ ਆਫ ਪੈਟਲਸ ਜਾਂ ਸੈਪਲਸ ਜੇ ਅਸੀਂ ਦੇਖੀਏ ਉਹਨਾਂ ਦੇ ਬੇਸਿਸ 'ਤੇ ਫਲਾਰਸ ਨੂੰ ਡਾਇਮੇਰਸ, 2 ਪੈਟਲਸ ਜਾਂ 2 ਸੈਪਲਸ ਆ ਤਾਂ ਉਹ ਡਾਇਮੇਰਸ, ਟਰਾਈਮੇਰਸ 3 ਹੋ ਗਏ, ਟੈਟਰਾਮੇਰਸ 4 ਹੋ ਗਏ, ਪੈਂਟਾਮੇਰਸ 5 ਹੋ ਗਏ। ਫਿਰ ਜਿਹੜੀ ਇੰਪੋਰਟੈਂਟ ਅਗਲੀਆਂ ਟਰਮਸ ਹੈਗੀਆਂ ਆ ਉਹ ਹੈਗੀਆਂ ਆ ਹਾਈਪੋਗਾਈਨਸ, ਪੈਰੀਗਾਈਨਸ ਅਤੇ ਇਪੀਗਾਈਨਸ ਫਲਾਰ। ਹੁਣ ਹਾਈਪੋ, ਅਗਰ ਫਲੋਰਲ ਪਾਰਟਸ ਜਿਹੜੇ ਆ ਉਹ ਬਿਲੋ ਦਾ ਓਵਰੀ ਆ, ਮਤਲਬ ਓਵਰੀ ਸਭ ਤੋਂ ਉੱਪਰ ਆ, ਸੁਪੀਰੀਅਰ ਓਵਰੀ ਆ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਹਾਈਪੋਗਾਈਨਸ। ਇਹ ਵੈਰੀ 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 ਇੰਪੋਰਟੈਂਟ ਟੋਪਿਕ ਆ ਹਾਈਪੋਗਾਈਨਸ, ਤਿੰਨੋਂ ਕੰਡੀਸ਼ਨ ਆ, ਇਹ ਵੀ ਅਸੀਂ ਡਾਇਗਰਾਮ ਤੋਂ ਸਮਝਦੇ ਹਾਂ। ਆਹ ਦੇਖੋ ਹਾਈਪੋਗਾਈਨਸ, ਆ ਓਵਰੀ ਆ। ਹੁਣ ਇਹਦੇ ਜਿਹੜੇ ਫਲੋਰਲ ਔਰਗਨਸ ਆ ਦੇਖੋ ਸਾਰੇ ਬਿਲੋ ਦਾ ਓਵਰੀ, ਇੱਥੇ ਥੱਲੇ ਓਵਰੀ ਦੇ ਉਹ ਲੱਗੇ ਹੋਏ ਆ, ਥੱਲੇ ਉਹ ਸਾਰੇ ਓਰੀਜੀਨੇਟ ਕਰ ਰਹੇ ਆ। ਡਾਇਗਰਾਮ 'ਚ ਧਿਆਨ ਨਾਲ ਦੇਖੋ
ਤਾਂ ਇਹ ਹੋ ਗਿਆ ਹਾਈਪੋ। ਹਾਈਪੋ ਮੈਨੇ ਓਵਰੀ ਜਿਹੜੀ ਇਹ 'ਚ ਸੁਪੀਰੀਅਰ ਹੁੰਦੀ ਆ। ਸੁਪੀਰੀਅਰ ਮਤਲਬ ਸਭ ਤੋਂ ਉੱਪਰ ਓਵਰੀ ਹੁੰਦੀ ਹੈ, ਇਹਨੂੰ ਅਸੀਂ ਕਹਿ ਦਿੰਦੇ ਹਾਂ ਹਾਈਪੋਗਾਈਨਸ। ਤਾਂ ਗ੍ਰੀਨ ਕਲਰ ਵਾਲੀ ਓਵਰੀ ਆ, ਇਹਦੇ ਹੁਣ ਸਾਰੇ ਫੁੱਲ ਦੇ ਜਿਹੜੇ ਹੋਰ ਔਰਗਨਸ ਆ ਉਹ ਥੱਲੇ ਤੋਂ ਅਰਾਈਜ਼ ਕਰ ਰਹੇ ਆ, ਮਤਲਬ ਓਵਰੀ ਸਭ ਤੋਂ ਉੱਪਰ ਆ, ਸੁਪੀਰੀਅਰ ਓਵਰੀ। ਤਾਂ ਇਹ ਹੋ ਗਏ ਹਾਈਪੋਗਾਈਨਸ ਫਲਾਵਰਸ। ਔਨ ਦਾ ਅਦਰ ਹੈਂਡ, ਅਗਰ ਓਵਰੀ ਹਾਫ ਇਨਫੀਰੀਅਰ ਹਾਫ ਸੁਪੀਰੀਅਰ ਹੋਵੇ, ਮਤਲਬ ਫਲੋਰਲ ਔਰਗਨਸ ਜਿਹੜੇ ਆ ਉਹ ਸੈਂਟਰ ਆਫ ਓਵਰੀ ਅਰਾਈਜ਼ ਕਰਨ। ਆ ਦੇਖੋ ਸਾਰੇ ਸੈਂਟਰ ਤੋਂ ਅਰਾਈਜ਼ ਕਰ ਰਹੇ ਆ, ਇਹ ਹੋ ਗਈ ਪੈਰੀਗਾਈਨਸ। ਹਾਫ ਇਨਫੀਰੀਅਰ ਹਾਫ ਸੁਪੀਰੀਅਰ ਅਸੀਂ ਲਿਖ ਦਿੰਦੇ ਹਾਂ ਪੈਰੀ। ਪੈਰੀ ਮੈਨੇ ਸੈਂਟਰ। ਅਗਰ ਓਵਰੀ ਨੀਚੇ ਹੋਵੇ ਤੇ ਸਾਰੇ ਫਲੋਰਲ ਔਰਗਨਸ ਓਵਰੀ ਦੇ ਉੱਪਰੋਂ ਅਰਾਈਜ਼ ਕਰਨ, ਮਤਲਬ ਇਨਫੀਰੀਅਰ। ਇਨਫੀਰੀਅਰ ਮਤਲਬ ਥੱਲੇ ਹੋਵੇ, ਤਾਂ ਇਹ ਹੋ ਗਈ ਈਪੀਗਾਈਨਸ। ਇਨਫੀਰੀਅਰ ਓਵਰੀ ਈਪੀਗਾਈਨਸ, ਸੁਪੀਰੀਅਰ ਓਵਰੀ ਹਾਈਪੋਗਾਈਨਸ, ਪੈਰੀਗਾਈਨਸ ਹਾਫ ਇਨਫੀਰੀਅਰ ਅਤੇ ਹਾਫ ਸੁਪੀਰੀਅਰ ਓਵਰੀ। ਠੀਕ ਹੈ, ਇਹ 3 ਕੰਡੀਸ਼ਨਸ ਦੇ ਬੇਸਿਸ 'ਤੇ ਅਸੀਂ ਫਲਾਰ ਨੂੰ ਜਿਹੜੇ ਕਲਾਸੀਫਾਈ ਕਰਦੇ ਹਾਂ। ਔਰ ਇਹ ਵੈਰੀ ਵੈਰੀ ਇੰਪੋਰਟੈਂਟ ਹੈ, ਤੁਹਾਨੂੰ ਹਾਈਪੋ, ਈਪੀ ਜਾਂ ਪੈਰੀਗਾਈਨਸ 1 ਮਾਰਕ ਦੇ ਵਿੱਚ ਪੁੱਛ ਲੈਂਦੇ ਆ। ਫਿਰ ਜਿਹੜਾ ਅਸੀਂ ਇੰਪੋਰਟੈਂਟ ਟੋਪਿਕ ਸਟਾਰਟ ਕਰਨਾ ਸੀ, ਇਟ ਇਜ਼ ਇਨਫਲੋਰੈਸੈਂਸ। ਹੁਣ ਅਸੀਂ ਫਲਾਰਸ ਦੇਖ ਲਏ ਆ ਕਿ ਫਲਾਰ ਕੀ ਹੁੰਦਾ ਆ, ਔਰ ਫਲਾਰ ਜਿਹੜੇ ਆ ਆਪਾਂ ਨੂੰ ਪਤਾ ਆ ਕਿ ਜਾਂ ਤਾਂ ਉਹ ਸਿੰਗਲ ਹੀ ਅਰਾਈਜ਼ ਕਰਦੇ ਆ ਜਾਂ ਫਿਰ ਗਰੁੱਪਸ 'ਚ ਹੁੰਦੇ, ਬਹੁਤ ਸਾਰੇ ਫਲਾਰ ਹੁੰਦੇ ਆ। ਜੇ ਤਾਂ ਫਲਾਰ ਸਿੰਗਲ ਔਰ ਟਰਮੀਨਲੀ ਮਤਲਬ ਟਿਪ 'ਤੇ, ਕਿ ਆ ਉਹਦੀ ਐਕਸਿਸ ਆ ਔਰ ਟਿਪ 'ਤੇ ਫਲਾਰ ਇੱਕੋ ਹੀ ਆ, ਤਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਸੋਲਿਟਰੀ ਟਰਮੀਨਲੀ। ਸੋਲਿਟਰੀ 1, ਟਰਮੀਨਲੀ ਮਤਲਬ ਟਿਪ 'ਤੇ। ਔਰ ਅਗਰ ਫਲਾਰ ਜਿਹੜੇ ਆ ਉਹ ਐਗਜ਼ਿਲਰੀ ਮਤਲਬ ਸਾਈਡਾਂ ਤੋਂ ਅਰਾਈਜ਼ ਕਰਨ, ਇੱਕ ਬ੍ਰਾਂਚ ਨਿਕਲੇ ਉਹਦੇ ਟਿਪ 'ਤੇ ਫਲਾਰ ਹੋਣ, ਫਿਰ ਦੂਸਰੀ ਬ੍ਰਾਂਚ ਨਿਕਲੇ ਉਹਦੇ ਟਿਪ 'ਤੇ ਫਲਾਰ ਆ, ਫਿਰ ਤੀਸਰੀ ਬ੍ਰਾਂਚ ਸਾਈਡ ਤੋਂ ਨਿਕਲੀ, ਤਾਂ ਇਹ ਹੋ ਗਏ ਸੋਲਿਟਰੀ ਐਗਜ਼ਿਲਰੀ। ਸੋਲਿਟਰੀ ਮਤਲਬ 1, ਇੱਕੋ ਹੀ ਬ੍ਰਾਂਚ 'ਤੇ ਇੱਕ ਫਲਾਰ ਨਿਕਲ ਰਿਹਾ ਆ ਪਰ ਉਹ ਸਾਈਡਾਂ 'ਤੇ ਨਿਕਲ ਰਿਹਾ, ਇਸ ਕਰਕੇ ਆਪਾਂ ਇਹਨੂੰ ਐਗਜ਼ਿਲਰੀ ਕਹਿੰਦੇ ਹਾਂ। ਇਹ ਕੁਛ ਇੱਕ ਟਰਮ ਸੀਗੀ ਸੋਲਿਟਰੀ, ਟਰਮੀਨਲ ਅਤੇ ਸੋਲਿਟਰੀ ਐਗਜ਼ਿਲਰੀ। ਹੁਣ ਜਦੋਂ ਫਲਾਰ ਜਿਹੜੇ ਆ ਉਹ ਗਰੁੱਪਸ 'ਚ ਅਰਾਈਜ਼ ਕਰਦੇ ਆ ਤਾਂ ਉਹਨੂੰ ਆਪਾਂ ਕਲਸਟਰ ਕਹਿੰਦੇ ਹਾਂ। ਸਿੰਗਲੀ ਵੀ ਅਰਾਈਜ਼ ਕਰਦੇ ਆ ਫਲਾਰਸ ਅਤੇ ਕਲਸਟਰ ਵੀ। ਫਲਾਰਿੰਗ ਸ਼ੂਟ ਔਰ ਐਨ ਐਕਸਿਸ ਬੇਅਰਿੰਗ ਕਲਸਟਰ ਆਫ ਫਲਾਰਸ, ਇਹਨੂੰ ਅਸੀਂ ਕਹਿੰਦੇ ਹਾਂ ਇਨਫਲੋਰੈਸੈਂਸ। ਜਾਂ ਫਿਰ ਦੂਸਰੀ ਭਾਸ਼ਾ 'ਚ ਅਰੇਂਜਮੈਂਟ ਆਫ ਫਲਾਰਸ ਔਨ ਮੇਨ ਐਕਸਿਸ, ਉਹਨੂੰ ਅਸੀਂ ਕਹਿ ਦਿੰਦੇ ਹਾਂ ਇਨਫਲੋਰੈਸੈਂਸ। ਹੁਣ ਇਨਫਲੋਰੈਸੈਂਸ ਜਿਹੜਾ ਆ ਇਹ ਵੈਰੀ ਵੈਰੀ ਇੰਪੋਰਟੈਂਟ ਟੋਪਿਕ ਆ। ਕਈ ਤਰ੍ਹਾਂ ਦਾ ਇਨਫਲੋਰੈਸੈਂਸ ਹੁੰਦਾ ਆ। ਫਸਟ ਜਿਹੜਾ ਇਨਫਲੋਰੈਸੈਂਸ ਹੈਗਾ ਉਹ ਰੈਸੀਮੋਸ। ਇਸ ਇਨਫਲੋਰੈਸੈਂਸ ਦੇ ਵਿੱਚ ਜਿਹੜੀ ਮੇਨ ਐਕਸਿਸ ਆ, ਆਪਾਂ ਪੜ੍ਹਿਆ ਸੀਗਾ ਆਹ ਵਾਲੀ ਜਿੱਦਾਂ ਮੇਨ ਐਕਸਿਸ ਆ, ਇਹਨੂੰ ਪੈਡੰਕਲ ਵੀ ਕਹਿ ਦਿੰਦੇ ਆ। ਮੇਨ ਐਕਸਿਸ ਇਹਦੇ 'ਤੇ ਟਰਮੀਨਲੀ ਇੱਕ ਬਡ ਪ੍ਰੈਜੈਂਟ ਹੁੰਦੀ ਆ, ਉਹ ਫਲਾਰ ਨਹੀਂ ਹੁੰਦਾ, ਬਡ ਪ੍ਰੈਜੈਂਟ ਹੁੰਦੀ ਆ, ਅਤੇ ਉਸ ਬਡ ਦੇ ਨਾਲ ਇਹ ਬ੍ਰਾਂਚ ਗਰੋ ਤਾਂ ਕਰ ਜਾਂਦੀ ਹੈ, ਇਨਡੈਫੀਨੇਟ ਇਹਦੀ ਗਰੋਥ ਹੁੰਦੀ ਆ। ਔਰ ਇਹਦੇ ਥੱਲੇ ਸਾਈਡਾਂ ਤੋਂ ਇੱਦਾਂ ਬ੍ਰਾਂਚਿਸ ਨਿਕਲਦੀਆਂ ਆ, ਉਸ ਬ੍ਰਾਂਚਿਸ 'ਤੇ ਫਲਾਰਸ ਲੱਗੇ ਹੁੰਦੇ ਆ। ਤਾਂ ਅਰੇਂਜਮੈਂਟ ਆਫ ਫਲਾਰ ਔਨ ਪੈਡੰਕਲ ਇਜ਼ ਆਈਦਰ ਏਕਰੋਪੀਟਲ। ਏਕਰੋਪੀਟਲ ਦਾ ਮਤਲਬ ਹੁੰਦਾ ਆ ਯੰਗੈਸਟ ਫਲਾਰ ਜਿਹੜੇ ਆ ਉਹ ਉੱਪਰ ਦੀ ਤਰਫ ਹੁੰਦੇ ਆ, ਔਰ ਓਲਡੈਸਟ ਫਲਾਰ ਜਿਹੜੇ ਉਹ ਬੇਸ ਥੱਲੇ ਦੀ ਤਰਫ ਹੁੰਦੇ ਆ, ਉਹ ਇਹਨੂੰ ਅਸੀਂ ਕਹਿੰਦੇ ਹਾਂ ਐਕਰੋਪੀਟਲ ਸਕਸੈਸ਼ਨ। ਜਾਂ ਫਿਰ ਸੈਂਟਰੀਪੀਟਲ। ਸੈਂਟਰੀਪੀਟਲ ਮਤਲਬ ਯੰਗਰ ਟੂਵਰਡਸ ਦਾ ਸੈਂਟਰ ਐਂਡ ਓਲਡਰ ਟੂਵਰਡਸ ਦਾ ਅਪੈਕਸ ਜਾਂ ਫਿਰ ਬੇਸ, ਇਹਨੂੰ ਅਸੀਂ ਕਹਿ ਦਿੰਦੇ ਹਾਂ ਸੈਂਟਰੀਪੀਟਲ ਅਰੇਂਜਮੈਂਟ। ਹੁਣ ਜਿਹੜਾ ਰੈਸੀਮੋਸ ਇਨਫਲੋਰੈਸੈਂਸ ਆ ਇਹ ਸਿੰਪਲ ਵੀ ਹੁੰਦਾ ਆ ਔਰ ਕੰਪਾਊਂਡ ਵੀ ਹੁੰਦਾ ਆ, ਤਾਂ ਅਸੀਂ ਦੋਨੋਂ ਪੜ੍ਹਨੇ ਆ, ਇਹ ਸਿੰਪਲ ਔਰ ਕੰਪਾਊਂਡ। ਪਹਿਲਾਂ ਅਸੀਂ ਪੜ੍ਹਾਂਗੇ ਸਿੰਪਲ ਰੈਸੀਮੋਸ। ਹੁਣ ਜਿਹੜਾ ਸਿੰਪਲ ਰੈਸੀਮੋਸ ਇਨਫਲੋਰੈਸੈਂਸ ਆ ਇਹਦੇ ਵਿੱਚ ਇਹ ਇਨਫਲੋਰੈਸੈਂਸ ਜਿਹੜਾ ਆ ਇਹਦੇ ਵਿੱਚ ਜਿਹੜੇ ਕਹਿ ਲਓ ਕਿ ਪੈਡੰਕਲ ਆ ਉਹ ਅਨਬ੍ਰਾਂਚਡ ਹੁੰਦਾ ਆ,
ਔਰ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਇਨਫਲੋਰੈਸੈਂਸ ਆਉਂਦੇ ਆ। ਪੈਡੰਕਲ ਆਹ ਦੇਖੋ ਅੱਗੇ ਕਿਤੇ ਬ੍ਰਾਂਚਡ ਨਹੀਂ ਹੈਗਾ ਇਹ। ਔਰ ਇਹਦੇ ਵਿੱਚ ਫਸਟ ਟਾਈਪ ਜਿਹੜੀ ਹੈਗੀ ਆ ਟਿਪੀਕਲ ਰਸੀਮ ਰੈਸੀਮੋਸ ਇਨਫਲੋਰੈਸੈਂਸ ਵਰਗਾ ਹੀ ਹੁੰਦਾ ਆ। ਕਾਮਨ ਇਲੋਂਗੇਟਿਡ ਐਕਸਿਸ ਐਂਡ ਸਟਾਕਡ ਫਲਾਰ ਅਰੇਂਜਡ ਇਨ ਐਕਰੋਪਿਟਲ ਸਕਸੈਸ਼ਨ। ਡਾਇਗਰਾਮ ਤੋਂ ਕਲੀਅਰ ਆ। ਆਹ ਕਾਮਨ ਇੱਕ ਪੈਡੰਕਲ ਆ ਜਾਂ ਮੇਨ ਐਕਸਿਸ ਆ, ਔਰ ਇਹਦੇ ਤੋਂ ਆਹ ਜਿਹੜੇ ਐਕਰੋਪਿਟਲ ਸਕਸੈਸ਼ਨ ਦੇ ਵਿੱਚ ਫਲਾਰਸ ਅਰਾਈਜ਼ ਕਰਦੇ ਆ। ਐਕਰੋਪਿਟਲ ਦਾ ਮਤਲਬ ਹੁੰਦਾ ਆ ਓਲਡੈਸਟ ਟੂਵਰਡਸ ਦਾ ਬੇਸ, ਯੰਗਰ ਟੂਵਰਡਸ ਦਾ ਐਪੈਕਸ। ਇਹ ਚੀਜ਼ ਤੁਸੀਂ ਮੈਂ ਕਾਲਜ ਵੀ ਤੁਹਾਨੂੰ ਦੱਸੀ ਸੀਗੀ, ਇੱਥੇ ਵੀ ਤੁਸੀਂ ਯਾਦ ਰੱਖਣੀ ਆ। ਮਸਟਰਡ ਫਲਾਰ ਦੇ ਵਿੱਚ ਇਹ ਵਾਲਾ ਅਰੇਂਜਮੈਂਟ ਜਿਹੜਾ ਜਾਂ ਰੈਡਿਸ਼ ਮੂਲੀ ਦੇ ਫਲਾਰਸ ਇੱਦਾਂ ਲੱਗੇ ਹੁੰਦੇ ਆ ਕਿ ਇੱਕ ਪੈਡੰਕਲ ਬ੍ਰਾਂਚਡ ਨਹੀਂ ਹੁੰਦਾ ਹੈਗਾ। ਪੈਡੰਕਲ ਤੋਂ ਸਾਈਡ 'ਤੇ ਫਲਾਰਸ ਲੱਗੇ ਹੁੰਦੇ ਆ। ਫਲਾਰਸ ਸਟਾਕਡ ਹੁੰਦੇ ਆ ਇਹਦੇ ਵਿੱਚ, ਔਰ ਜਿਹੜੇ ਐਕਰੋਪਿਟਲ ਸਕਸੈਸ਼ਨ 'ਚ ਫਲਾਰਸ ਅਰੇਂਜਡ ਹੁੰਦੇ ਆ। ਇਹਦਾ ਧਿਆਨ ਰੱਖਣਾ ਆ। ਸੈਕਿੰਡ ਜਿਹੜਾ ਹੈਗਾ ਸਪਾਈਕ। ਇਹ ਸਪਾਈਕ ਜਿਹੜਾ ਆ ਇਹਦੇ ਵਿੱਚ ਵੀ ਪੈਡੰਕਲ ਜਿਹੜੀ ਆ ਉਹ ਲੰਬੀ ਹੁੰਦੀ ਆ, ਫਲਾਰ ਦੇ ਵਿੱਚ ਸਟਾਕ ਨਹੀਂ ਹੁੰਦੇ ਹੈਗੇ। ਜਿੱਦਾਂ ਅਸੀਂ ਹੁਣੇ ਉੱਪਰ ਦੇਖਿਆ ਹੈ ਕਿ ਸਟਾਕ ਲੱਗਿਆ ਹੁੰਦਾ ਆ, ਸਟਾਕਸ ਨਹੀਂ ਹੁੰਦੇ ਹੈਗੇ ਇਹਦੇ ਵਿੱਚ। ਔਰ ਜਿਹੜੇ ਜਾਂ ਕਹਿ ਲਓ ਸਿਸਾਈਲ ਫਲਾਰ ਹੁੰਦੇ ਆ ਅਰੇਂਜਡ ਇਨ ਐਕਰੋਪਿਟਲ ਸਕਸੈਸ਼ਨ ਉਹੀ ਰਹਿਣਾ ਆ। ਆਹ ਦੇਖੋ ਸਪਾਈਕ ਦੇ ਵਿੱਚ ਪੈਡੰਕਲ ਜਿਹੜੀ ਆ ਉਹ ਲੰਬੀ ਆ, ਕਿਤੇ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਸਟਾਕ ਨਹੀਂ ਹੈਗਾ। ਡਾਇਰੈਕਟ ਬ੍ਰਾਂਚ ਉਸ ਮੇਨ ਐਕਸਿਸ 'ਤੇ ਫਲਾਰ ਲੱਗੇ ਹੋਏ ਆ। ਔਰ ਐਕਰੋ ਰੱਟ ਲੈਣਾ ਆ, ਓਲਡੈਸਟ ਟੂਵਰਡਸ ਦਾ ਬੇਸ ਐਂਡ ਯੰਗਰ ਨਵੇਂ ਫਲਾਰਸ ਜਿਹੜੇ ਆ ਟੂਵਰਡਸ ਦਾ ਏਪੈਕਸ। ਫਿਰ ਜਿਹੜਾ ਥਰਡ ਟਾਈਪ ਆਫ ਇਨਫਲੋਰੈਸੈਂਸ ਹੈਗਾ ਕੈਟਕਿਨ ਨੂੰ ਅਮੈਂਟ ਵੀ ਕਹਿੰਦੇ ਆ। ਅਮੈਂਟ ਦੇ ਨਾਮ ਨਾਲ ਇਹ ਕੁਐਸਚਨ ਜ਼ਿਆਦਾਤਰ ਪੁੱਛਿਆ ਜਾਂਦਾ ਆ। ਪੈਡੰਕਲ ਇਹਦੇ ਵਿੱਚ ਜਿਹੜਾ ਆ ਉਹ ਇਹ ਪੈਂਡੂਲਸ ਸਪਾਈਕ ਔਰ ਸਪਾਈਕ ਲਾਈਕ ਇਨਫਲੋਰੈਸੈਂਸ ਕੰਸਿਸਟਿੰਗ ਆਫ ਸਮਾਲ ਯੂਨੀਸੈਕਸ਼ੁਅਲ ਫਲਾਰ ਮੋਰਸ ਐਲਬਾ। ਤਾਂ ਆਹ ਦੇਖੋ ਪੈਂਡੂਲਸ ਜਿਹੜਾ ਕੈਟਕਿਨ ਹੈ ਨਾ, ਇਹਦੇ ਵਿੱਚ ਜਿਹੜੀ ਆਹ ਮੇਨ ਪੈਡੰਕਲ ਆ ਜਾਂ ਮੇਨ ਐਕਸਿਸ ਆ ਉਹ ਪੈਂਡੂਲਮ ਵਾਂਗ ਝੂਲਦੀ ਹੁੰਦੀ ਆ, ਔਰ ਸਟਾਕ ਇਹਦੇ ਵਿੱਚ ਨਹੀਂ ਹੁੰਦਾ। ਸਿਸਾਈਲ ਯੂਨੀਸੈਕਸ਼ੁਅਲ ਫਲਾਰਸ ਜਿਹੜੇ ਆ ਉਹ ਲੱਗੇ ਹੁੰਦੇ ਆ। ਔਰ ਮੋਰਸ ਐਲਬਾ ਇਹਦਾ ਮਲਬੇਰੀ ਸ਼ਹਿਤੂਤ ਜਿਹੜਾ ਇਹਦਾ ਐਗਜ਼ਾਮਪਲ ਹੈ। ਜਿਵੇਂ ਉਹ ਸ਼ਹਿਤੂਤ ਲੱਗਿਆ ਹੀ ਹੁੰਦਾ, ਇਸ ਤਰ੍ਹਾਂ ਕੋਈ ਸਟਾਕ ਨਹੀਂ ਹੁੰਦਾ। ਉਹ ਐਕਚੁਅਲੀ 'ਚ ਇਨਫਲੋਰੈਸੈਂਸ ਹੀ ਆ, ਅਸੀਂ ਖਾਂਦੇ ਹਾਂ ਜਿਹੜਾ ਸ਼ਹਿਤੂਤ। ਫਿਰ ਨੈਕਸਟ ਇਜ਼ ਸਪੈਡਿਕਸ ਇਹਦੇ ਵਿੱਚ ਜਿਹੜਾ ਸਪਾਈਕ ਹੁੰਦਾ ਥਿਕ ਫਲੈਸ਼ੀ ਐਕਸਿਸ ਕਵਰਡ ਵਿਦ ਵਨ ਔਰ ਮੋਰ ਲਾਰਜ ਬ੍ਰੈਕਟਸ ਐਗਜ਼ਾਮਪਲ ਮੇਜ਼। ਤਾਂ ਆਹ ਦੇਖੋ ਜਿਹੜਾ ਸਪੈਡਿਕ ਆ, ਹੁਣ ਇਹਦੀ ਜਿਹੜੀ ਮੇਨ ਐਕਸਿਸ ਆਹ ਆ ਇਹ ਥੋੜ੍ਹੀ ਜਿਹੀ ਗੁਦਗੁਦੀ ਫਲੈਸ਼ੀ ਹੋ ਜਾਂਦੀ ਆ, ਔਰ ਇਹਦੇ ਵਿੱਚ ਆਹ ਜਿਹੜੇ ਬ੍ਰੈਕਟਸ ਨਾਲ ਇਹ ਇਨਫਲੋਰੈਸੈਂਸ ਢਕਿਆ ਹੁੰਦਾ ਆ। ਵੱਡੀਆਂ ਲੀਫ ਲਾਈਕ ਸਟਰਕਚਰ ਹੁੰਦੀਆਂ ਜਿਹਨੂੰ ਬ੍ਰੈਕਟਸ ਕਹਿੰਦੇ ਆ। ਪੂਰਾ ਢਕਿਆ ਹੁੰਦਾ ਇਹ ਬ੍ਰੈਕਟਸ ਦੇ ਨਾਲ। ਬਨਾਨਾ ਦੇ ਵਿੱਚ, ਮੇਜ਼ ਦੇ ਵਿੱਚ ਇਹ ਵਾਲੇ ਫਲਾਰਸ ਜਿਹੜੇ ਆ ਲੱਗੇ ਹੁੰਦੇ ਆ। ਤਾਂ ਸਿੰਪਲ ਆ ਕਿ ਜਿਹੜੀ ਮੇਨ ਐਕਸਿਸ ਆ ਉਹ ਫਲੈਸ਼ੀ ਹੋ ਜਾਂਦੀ ਆ, ਔਰ ਪੂਰੀ ਜਿਹੜੀ ਐਕਸਿਸ ਆ ਮੇਨ ਐਕਸਿਸ ਉਹ ਢਕੀ ਹੁੰਦੀ ਆ ਵਿਦ ਲੀਫ ਲਾਈਕ ਜਾਂ ਵੱਡੇ ਵੱਡੇ ਬ੍ਰੈਕਟਸ ਨਾਲ। ਬ੍ਰੈਕਟਸ ਨੂੰ ਕੀ ਕਹਿੰਦੇ ਆ? ਸਪੈਥੇ। ਤਾਂ ਆਹ ਜਿਹੜੇ ਬ੍ਰੈਕਟਸ ਆ ਇਹਨੂੰ ਸਪੈਥੇ ਕਹਿੰਦੇ ਆ। ਇਹੀ ਇਹਦੀ ਪਹਿਚਾਣ ਆ। ਫਿਰ ਕੋਰਿੰਬ ਦੇ ਵਿੱਚ ਜਿਹੜੀ ਇਹ ਰਸੀਮ ਦਾ ਹੀ ਮੋਡੀਫਾਈਡ ਇਨਫਲੋਰੈਸੈਂਸ ਆ, ਰਸੀਮ ਵਰਗਾ ਹੀ। ਪੈਡੰਕਲ ਇਹਦੇ ਵਿੱਚ ਸ਼ਾਰਟ ਹੁੰਦਾ ਆ, ਜਿਹਦੇ ਵਿੱਚ ਲੋਅਰ ਜਿਹੜੇ ਫਲਾਰਸ ਆ ਉਹਦੀ ਪੈਡੀਸਲ ਜਿਹੜੀ ਆ ਉਹ ਲੰਬੀ ਹੋ ਜਾਂਦੀ ਆ, ਅਤੇ ਅੱਪਰ ਜਿਹੜੇ ਫਲਾਰਸ ਆ ਉਹਦੀ ਪੈਡੀਸਲ ਛੋਟੀ ਹੁੰਦੀ ਆ। ਤਾਂ ਐਂ ਲੱਗਦਾ ਆ ਕਿ ਸਾਰੇ ਫਲਾਰਸ ਜਿਹੜੇ ਆ ਸੇਮ ਲੈਵਲ 'ਤੇ ਆ ਜਾਂਦੇ ਆ। ਇਹਨੂੰ ਅਸੀਂ ਕਹਿੰਦੇ ਆ ਆਈਬੇਰੀਸ ਐਮੈਰਾ ਜਾਂ ਕੈਂਡੀ ਟਫਟ ਦੇ ਵਿੱਚ ਇਹ ਹੁੰਦੇ ਆ ਐਗਜ਼ਾਮਪਲ, ਇਹ ਵਾਲੇ ਜਿਹੜੇ ਇਨਫਲੋਰੈਸੈਂਸ ਆ।
ਤਾਂ ਆਹ ਦੇਖੋ ਮੇਨ ਪੈਡੰਕਲ ਜਿਹੜੀ ਆ ਇਹ ਛੋਟੀ ਆ, ਜਿੰਨੀ ਕਿ ਇਹਦੀ ਗਰੋਥ ਹੋਣੀ ਆ ਉਨੀ ਕੁ ਹੁੰਦੀ ਆ। ਤਾਂ ਜਿਹੜੇ ਥੱਲੇ ਫਲਾਰਸ ਲੱਗੇ ਹੁੰਦੇ ਆ ਉਹਨਾਂ ਦਾ ਪੈਡੀਸਲ ਜਾਂ ਸਟਾਕ ਜਿਹੜੀ ਆ ਉਹ ਲੰਬੀ ਹੁੰਦੀ ਆ। ਉੱਪਰ ਜਿਹੜੇ ਫਲਾਰ ਲੱਗੇ ਆ ਉਹਨਾਂ ਦਾ ਪੈਡੀਸਲ ਜਾਂ ਜਿਹੜਾ ਸਟਾਕ ਆ ਉਹ ਛੋਟਾ ਹੁੰਦਾ ਆ। ਤਾਂ ਜਿਹੜੇ ਸਾਰੇ ਫਲਾਰਸ ਆ ਉਹ ਇੱਕ ਲੈਵਲ 'ਤੇ ਹੀ ਆ ਜਾਂਦੇ ਆ ਜਾਂ ਗਰੋ ਹੁੰਦੇ ਆ। ਇਸ ਟਾਈਪ ਆਫ ਇਨਫਲੋਰੈਸੈਂਸ ਨੂੰ ਅਸੀਂ ਕਹਿੰਦੇ ਹਾਂ ਕੋਰਿੰਬ ਇਨਫਲੋਰੈਸੈਂਸ। ਫਿਰ ਜੇ ਅਸੀਂ ਗੱਲ ਕਰੀਏ ਅੰਬਲ ਦੀ, ਤਾਂ ਜਿਹੜਾ ਮੇਨ ਪੈਡੰਕਲ ਆ ਉਹ ਸ਼ਾਰਟ ਹੁੰਦਾ ਆ ਅਤੇ ਇੱਕ ਪੁਆਇੰਟ ਤੋਂ ਹਰ ਫਲਾਰ ਦਾ ਪੈਡੀਸਲ ਜਾਂ ਸਟਾਕ ਅਰਾਈਜ਼ ਕਰਦਾ ਆ ਅਤੇ ਇਹਦੇ ਵਿੱਚ ਵੀ ਫਲਾਰਸ ਜਿਹੜੇ ਆ ਸਾਰੇ ਇੱਕੋ ਹੀ ਲੈਵਲ 'ਤੇ ਡਿਵੈਲਪ ਹੁੰਦੇ ਆ ਜਾਂ ਗਰੋ ਕਰਦੇ ਆ। ਇਹਨੂੰ ਅਸੀਂ ਕਹਿੰਦੇ ਹਾਂ ਅੰਬਲ। ਅੰਬਲ ਹੁਣ ਕੰਪਾਊਂਡ ਵੀ ਹੋਏਗਾ, ਸਿੰਪਲ ਵੀ ਹੋਏਗਾ। ਕੈਪੀਚੂਲਮ ਨਾਮ ਤੋਂ ਹੀ ਕਲੀਅਰ ਆ ਕਿ ਕੱਪ ਲਾਈਕ ਸਟਰਕਚਰ ਹੁੰਦਾ ਆ ਅਤੇ ਉਸ ਕੱਪ ਲਾਈਕ ਸਟਰਕਚਰ 'ਤੇ ਸਿਸਾਈਲ ਫਲਾਰਸ ਜਿਹੜੇ ਆ ਉਹ ਅਰਾਈਜ਼ ਕਰਦੇ ਆ। ਫਲੈਟ ਕੱਪ ਲਾਈਕ ਸਟਰਕਚਰ ਕੈਪੀਚੂਲਮ ਇਹ ਸਪੈਸ਼ਲ ਟਾਈਪ ਆ, ਇਹਨੂੰ ਅਸੀਂ ਜਰਾ ਪਿੱਛੇ ਪੜ੍ਹਦੇ ਹਾਂ। ਫਿਰ ਹੁਣ ਜਿਹੜਾ ਸੈਕਿੰਡ ਨੈਕਸਟ ਜਿਹੜਾ ਇਨਫਲੋਰੈਸੈਂਸ ਆ, ਇਹ ਡਾਇਗਰਾਮ ਹੀ ਆ ਇਹਨਾਂ ਦੇ ਜਿਹੜੇ ਅਸੀਂ ਹਲੇ ਪੜ੍ਹੇ ਆ ਪਿੱਛੇ। ਟਿਪੀਕਲ ਰਸੀਮ ਇਨਫਲੋਰੈਸੈਂਸ ਜਿਹੜੇ ਆ ਕੈਟਕੇਨ, ਆ ਸ਼ਹਿਤੂਤ ਦਾ ਐਗਜ਼ਾਮਪਲ ਹੁਣੇ ਹੀ ਅਸੀਂ ਜਿਹੜਾ ਪੜ੍ਹਿਆ ਹੈਗਾ ਆ, ਦੇਖਿਆ ਆ। ਇਹ ਵਿਦ ਡਾਇਗਰਾਮ ਆਹ ਮੱਕੀ ਦੇ ਵਿੱਚ ਸਪੈਡਿਕਸ ਜਾਂ ਬਨਾਨਾ ਦੇ ਵਿੱਚ, ਕੋਲੋਕੇਸੀਆ ਦੇ ਵਿੱਚ ਬ੍ਰੈਕਟਸ ਨਾਲ ਢਕਿਆ ਹੁੰਦਾ ਆ। ਠੀਕ ਹੈ, ਆਹ ਸਿਸਾਈਲ ਫਲਾਰ ਵਾਲਾ ਆ। ਤਾਂ ਇਹ ਵਿਦ ਡਾਇਗਰਾਮ ਤੁਹਾਨੂੰ ਅਲੱਗ-ਅਲੱਗ ਜਿਹੜੇ ਦੱਸੇ ਹੋਏ ਆ ਇਹ ਇਨਫਲੋਰੈਸੈਂਸ। ਹੁਣ ਜਿਹੜਾ ਅੰਬਲ ਅਸੀਂ ਪੜ੍ਹ ਰਹੇ ਸੀਗੇ, ਅੰਬਲ ਜਿਹੜਾ ਆ ਇਹ ਮੋਡੀਫਾਈਡ ਰਸੀਮ ਇਹ ਵੀ ਹੈਗਾ ਆ, ਜਿਹਦੇ ਵਿੱਚ ਫਲਾਰਸ ਹੈਵ ਸਟਾਕਸ ਪੈਡੀਸਲਸ ਆਫ ਨੀਅਰਲੀ ਇਕੁਅਲ ਲੈਂਥ। ਮੈਂ ਪਹਿਲਾਂ ਹੀ ਦੱਸਿਆ ਕਿ ਇੱਕ ਟਿਪ ਤੋਂ ਆਹ ਇਕੁਅਲ ਲੈਂਥ ਦੇ ਪੈਡੀਸਲ ਅਰਾਈਜ਼ ਕਰਦੇ ਆ। ਪੈਡੰਕਲ ਛੋਟਾ ਹੁੰਦਾ ਆ ਅਤੇ ਸਾਰੇ ਫਲਾਰਸ ਐਂ ਲੱਗੂਗੇ ਕਿ ਸੇਮ ਪੁਆਇੰਟ ਤੋਂ ਅਰਾਈਜ਼ ਕਰਦੇ ਆ ਐਟ ਦ ਅਪੈਕਸ of short peduncle, है ना। An involucre of bract is generally present at the place of origin of flower। ਤਾਂ ਜਿੱਥੇ ਪਿੱਛੇ ਤੁਸੀਂ ਦੇਖਿਆ ਸੀ ਇੱਥੇ ਦੋ ਇਸ ਤਰ੍ਹਾਂ ਦੇ ਥਰੈਡ ਲਾਈਕ ਸਟਰਕਚਰਸ ਪ੍ਰੈਜ਼ੈਂਟ ਸੀਗੇ, ਤਾਂ ਉਹ ਇਹਨੂੰ ਬਚਾਉਣ ਲਈ ਜਾਂ ਇਹਦੀ ਪ੍ਰੋਟੈਕਸ਼ਨ ਲਈ ਪ੍ਰੈਜ਼ੈਂਟ ਹੁੰਦੇ ਆ ਬ੍ਰੈਕਟਸ, ਜਿੱਥੇ ਫਲਾਰਸ ਓਰੀਜੀਨੇਟ ਹੁੰਦੇ ਆ। ਐਗਜ਼ਾਮਪਲ ਇਹਦਾ ਸੈਂਟੇਲਾ ਏਸ਼ੀਆਟਿਕਾ ਜਾਂ ਹਾਈਡਰੋਕੋਟਾਈਲ। ਤਾਂ ਤੁਸੀਂ ਵਿਦ ਡਾਇਗਰਾਮ ਆਹ ਦੇਖੋ, ਇਹ ਅੰਬਲ, ਧਨੀਆ, ਕੋਰੀਐਂਡਰ ਦੇ ਵਿੱਚ ਇਸ ਤਰ੍ਹਾਂ ਦਾ ਇਨਫਲੋਰੈਸੈਂਸ ਪ੍ਰੈਜ਼ੈਂਟ ਹੁੰਦਾ ਆ ਕਿ ਸਾਰੇ ਫਲਾਰ ਤੁਹਾਨੂੰ ਇੱਕੋ ਹੀ ਲੈਵਲ 'ਤੇ ਔਰ ਇੱਕੋ ਹੀ ਪੁਆਇੰਟ ਤੋਂ ਓਰੀਜੀਨੇਟ ਹੁੰਦੇ ਦੇਖਦੇ ਆ। ਮੇਨ ਐਕਸਿਸ ਛੋਟੀ ਹੁੰਦੀ ਆ, ਮੇਨ ਐਕਸਿਸ ਦੇ ਟਿਪ ਤੋਂ ਸਟਾਕ ਆਫ ਫਲਾਰਸ ਜਿਹੜੇ ਆ ਉਹ ਅਰਾਈਜ਼ ਕਰਦੇ ਆ ਅਤੇ ਬਹੁਤ ਸਾਰੇ ਅਰਾਈਜ਼ ਕਰਦੇ ਆ ਔਰ ਇੱਕੋ ਹੀ ਲੈਵਲ 'ਤੇ ਫਲਾਰਸ ਤੁਹਾਨੂੰ ਦੇਖਦੇ ਆ। ਫਿਰ ਹੈਗਾ ਕੈਪੀਚੂਲਮ। ਕੈਪੀਚੂਲਮ ਨੂੰ ਹੈੱਡ ਵੀ ਕਹਿ ਦਿੰਦੇ ਆ। ਮੋਡੀਫਾਈਡ ਰਸੀਮ ਆ ਜਿਹਦੇ ਵਿੱਚ ਮੇਨ ਐਕਸਿਸ ਫਲੈਟੈਂਡ ਹੁੰਦੀ ਆ। ਦੇਖੋ ਮੇਨ ਐਕਸਿਸ ਜਿਹੜੀ ਆ ਇਹ ਫਲੈਟ ਆ ਅਤੇ ਔਰ ਜਿਹੜੀ ਇਹਨੂੰ ਅਸੀਂ ਰਿਸੈਪਟੇਕਲ ਵੀ ਕਹਿ ਦਈਦਾ ਆ, ਐਂ ਫੜ ਕੇ ਰੱਖਣ ਲਈ। ਰਿਸੈਪਟੇਕਲ ਕਨਕੇਵ, ਕੌਨਵੈਕਸ, ਸਫੈਰੀਕਲ, ਫਲੈਟ ਵੀ ਹੋ ਸਕਦਾ ਆ। ਔਰ ਬਹੁਤ ਸਾਰੇ ਇੱਥੇ ਜਿਹੜੇ ਸਿਸਾਈਲ ਫਲਾਰਸ ਜਾਂ ਫਲੋਰੇਟਸ ਲੱਗੇ ਹੁੰਦੇ, ਜਿਵੇਂ ਸਨਫਲਾਰ ਦੇ ਵਿੱਚ ਜੇ ਤੁਸੀਂ ਉਹਨੂੰ ਤੋੜ ਕੇ ਦੇਖੋ ਤਾਂ ਇਸ ਤਰ੍ਹਾਂ ਦੇ ਰੋਲ ਕੀਤੇ ਹੋਏ ਛੋਟੇ ਛੋਟੇ ਰੇ ਫਲੋਰੇਟਸ, ਡਿਸਕ ਫਲੋਰੇਟਸ ਲੱਗੇ ਹੁੰਦੇ ਆ। ਦੋ ਤਰ੍ਹਾਂ ਦੇ ਪੈਟਲਸ ਹੁੰਦੇ ਆ ਇਹਦੇ ਵਿੱਚ, ਰੇ ਫਲੋਰੇਟ, ਡਿਸਕ ਫਲੋਰੇਟ। ਐਕਚੁਅਲੀ 'ਚ ਉਹ ਇਨਫਲੋਰੈਸੈਂਸ ਹੀ ਆ। ਅਤੇ ਫਲੋਰੇਟਸ ਜਿਹੜੇ ਆ ਅਰੇਂਜਡ ਇਨ ਸੈਂਟਰੀਪੀਟਲ ਮੈਨਰ। ਸੈਂਟਰੀਪੀਟਲ ਮਤਲਬ ਪਿੱਛੇ ਅਸੀਂ ਦੇਖਿਆ ਹੀ ਆ, ਸੈਂਟਰ ਦੇ ਵਿੱਚ ਕਿਹੜੇ ਅਤੇ ਉੱਪਰ ਕਿਹੜੇ। ਕੈਪੀਚੂਲਮ ਇਸ ਜਿਹੜੇ ਸਬਟੈਂਡਡ ਬਾਏ ਢਕੇ ਹੁੰਦੇ ਆ ਵਿਦ ਬ੍ਰੈਕਟਸ। ਸਨਫਲਾਰ, ਮੈਰੀਗੋਲਡ, ਆਸਟੀਰੇਸੀ ਫੈਮਲੀ ਦੇ ਮੈਂਬਰ। ਹੁਣ ਅੰਬਲ ਔਰ ਕੈਪੀਚੂਲਮ 'ਚ ਕਲੀਅਰ ਡਿਫਰੈਂਸ ਹੈ। ਇੱਕ ਕੱਪ ਲਾਈਕ ਹੈਗਾ ਆ, ਫਲੈਟ ਮੇਨ ਐਕਸੈਸ ਇਹਦੀ ਜਿਹੜੀ ਆ ਬਹੁਤ ਛੋਟੀ ਔਰ ਫਲੈਟ ਹੁੰਦੀ ਆ, ਉਹਦੇ ਵਿੱਚ ਮੇਨ ਐਕਸੈਸ ਇਹ ਤੋਂ ਥੋੜ੍ਹੀ ਜਿਹੀ ਲੰਬੀ ਹੁੰਦੀ ਆ। ਤਾਂ ਇਹ ਡਿਫਰੈਂਸ ਤੁਸੀਂ ਆਸਾਨੀ ਨਾਲ ਡਾਇਗਰਾਮ ਦੇਖ ਕੇ ਲਿਖ ਸਕਦੇ ਆ।
ਇਹ ਤਾਂ ਸੀਗਾ ਸਿੰਪਲ ਰੈਸੀਮ। ਨਾਓ ਅਸੀਂ ਜਿਹੜਾ ਕਰਾਂਗੇ ਕੰਪਾਊਂਡ ਰੈਸੀਮੋਸ ਇਨਫਲੋਰੇਸੈਂਸ। ਇਹ ਹੁਣ ਅਸੀਂ ਸਿੰਪਲ ਦੇ ਵਿੱਚ ਪੜ੍ਹਿਆ ਕਿ ਆ ਮੇਨ ਐਕਸੈਸ ਆ, ਇਹ ਕਿਤੇ ਵੀ ਬ੍ਰਾਂਚਡ ਨਹੀਂ ਹੁੰਦੀ, ਡਾਇਰੈਕਟ ਇਹ ਤੋਂ ਫਲਾਰ ਅਰਾਈਜ਼ ਕਰਦੇ ਆ। ਆ ਫਲਾਰ ਦਾ ਪੈਡੀਸਲ ਜਾਂ ਸਟਾਕ ਹੁੰਦਾ ਆ। ਪਰ ਜਿਹੜਾ ਕੰਪਾਊਂਡ ਇਸੇ ਕਰਕੇ ਕਹਿੰਦੇ ਆ ਕਿ ਆ ਮੇਨ ਐਕਸੈਸ ਆ, ਫਿਰ ਮੇਨ ਐਕਸੈਸ ਤੋਂ ਅੱਗੇ ਕੋਈ ਬ੍ਰਾਂਚ ਨਿਕਲਦੀ ਆ, ਉਸ ਬ੍ਰਾਂਚ ਤੋਂ ਫਿਰ ਸਟਾਕ ਆਫ ਫਲਾਰ ਜਾਂ ਫਲਾਰ ਅਰਾਈਜ਼ ਕਰਦੇ ਆ। ਆ ਤਾਂ ਸਟਾਕ ਆ, ਪੈਡੀਸਲ ਆ ਫਲਾਰ ਦਾ। ਤਾਂ ਬ੍ਰਾਂਚਡ ਪੈਡੰਕਲ ਜਿਹਦੇ ਵਿੱਚ ਹੁੰਦਾ ਆ ਉਹਨੂੰ ਅਸੀਂ ਕਹਿੰਦੇ ਆ ਕੰਪਾਊਂਡ ਰੈਸੀਮੋਸ। ਫਸਟ ਇਹਦੇ ਵਿੱਚ ਪੈਨੀਕਲ ਪੜ੍ਹਨਾ ਆ। ਇਹ ਟਿਪੀਕਲ ਰੈਸੀਮ ਇਨਫਲੋਰੇਸੈਂਸ ਆ, ਐਕਸੈਸ ਇਹਦੀ ਬ੍ਰਾਂਚਡ ਹੁੰਦੀ ਆ। ਫਲਾਰਸ ਜਿਹੜੇ ਉਹ ਐਕਰੋਪੀਟਲ ਸਕਸੈਸ਼ਨ 'ਚ ਅਰਾਈਜ਼ ਕਰਦੇ ਆ ਔਨ ਲੇਟਰਲ ਬ੍ਰਾਂਚਿਸ। ਇਹਨੂੰ ਰੈਸੀਮ ਆਫ ਰੈਸੀਮਸ ਔਰ ਕੰਪਾਊਂਡ ਰੈਸੀਮ ਵੀ ਕਹਿੰਦੇ ਆ। ਗੋਲਡ ਮੋਹਰ, ਡੈਲੋਨੇਕਸ, ਯੂਕਾ ਇਹਦਾ ਐਗਜ਼ਾਮਪਲ ਆ। ਤਾਂ ਡਾਇਗਰਾਮ ਬਹੁਤ ਅੱਛਾ ਆ। ਮੇਨ ਐਕਸੈਸ ਹੈ, ਇਹ ਤੋਂ ਆ ਬ੍ਰਾਂਚਿਸ ਨਿਕਲ ਰਹੀਆਂ, ਬ੍ਰਾਂਚਿਸ ਤੋਂ ਅੱਗੇੋਂ ਫਲਾਰਸ ਅਰਾਈਜ਼ ਕਰ ਰਹੇ ਆ। ਇਹ ਹੋ ਗਿਆ ਪੈਨੀਕਲ। ਫਿਰ ਕੰਪਾਊਂਡ ਸਪਾਈਕ, ਟਿਪੀਕਲ ਸਪਾਈਕ ਇਨਫਲੋਰੇਸੈਂਸ, ਐਕਸੈਸ ਇਜ਼ ਬ੍ਰਾਂਚਡ। ਹੁਣ ਇਹਦੇ ਵਿੱਚ ਸਿਸਾਈਲ ਫਲਾਰਸ ਹੋਣਗੇ ਐਕਰੋਪੀਟਲ ਸਕਸੈਸ਼ਨ 'ਚ। Spikelet is the small spike of compound spike forming unit grasses ਦੇ ਵਿੱਚ। ਤਾਂ ਜਿਹੜਾ ਸੈਕਿੰਡ ਪਾਰਟ ਆ ਸਪਾਈਕਲੈਟ, ਕਣਕ ਦੀਆਂ ਛਿੱਟਾਂ ਜਿਵੇਂ ਹੁੰਦੀਆਂ, ਉਹ ਕਣਕ ਨੂੰ ਹੀ ਐਕਚੁਅਲੀ ਉਹਦੇ ਵਿੱਚ ਸਪਾਈਕ ਟਾਈਪ ਆਫ ਇਨਫਲੋਰੇਸੈਂਸ ਹੁੰਦਾ। ਤਾਂ ਆ ਜਿਹੜੀ ਆ ਮੇਨ ਐਕਸੈਸ ਆ, ਮੇਨ ਐਕਸੈਸ ਤੋਂ ਸਿਸਾਈਲ ਫਲਾਰ ਨਿਕਲੇ ਹੁੰਦੇ ਆ ਔਰ ਕਿਤੇ ਵੀ ਸਟਾਕ ਨਹੀਂ ਹੁੰਦਾ, ਪੈਡੀਸਲ ਨਹੀਂ ਹੁੰਦਾ ਇਹਦੇ ਵਿੱਚ, ਠੀਕ ਹੈ। ਇਹਦੇ ਵਿੱਚ ਇਹ ਹੋ ਗਿਆ ਕੰਪਾਊਂਡ ਸਪਾਈਕ। ਗ੍ਰਾਸ ਇਹਦਾ ਐਗਜ਼ਾਮਪਲ ਆ ਜਾਂ ਵੀਟ ਵੀ ਐਗਜ਼ਾਮਪਲ ਆ। ਫਿਰ ਹੈਗਾ ਸਪੈਡਿਕਸ, ਇਹ ਵੀ ਕੰਪਾਊਂਡ ਇਹਦੇ ਵਿੱਚ ਐਕਸੈਸ ਬ੍ਰਾਂਚਡ ਹੁੰਦੀ ਆ। ਹੋਲ ਇਨਫਲੋਰੇਸੈਂਸ ਜਿਹੜਾ ਆ ਬੋਟ ਸ਼ੇਪਡ ਸਪੈਥੇ ਜਾਂ ਬ੍ਰੈਕਟ ਨਾਲ ਕਵਰਡ ਹੁੰਦਾ ਆ। ਕੋਕੋਨਟ ਇਹਦਾ ਐਗਜ਼ਾਮਪਲ ਆ। ਆ ਦੇਖੋ ਹੁਣ ਇਹਦੇ ਵਿੱਚ ਜਿਹੜਾ ਸਪੈਡਿਕਸ ਹੋਏਗਾ, ਸਪੈਡਿਕਸ ਦਾ ਇੱਥੇ ਐਗਜ਼ਾਮਪਲ ਨਹੀਂ, ਡਾਇਗਰਾਮ ਨਹੀਂ ਹੈਗਾ, ਪਿਛਲੇ ਪੇਜ 'ਤੇ ਅਸੀਂ ਦੇਖਿਆ ਆ ਹੁਣੇ ਜਿਹੜਾ ਮੇਜ਼ ਵਰਗਾ ਬਣਿਆ ਹੋਇਆ ਸੀਗਾ। ਸੋ ਦੈਨ ਕੰਪਾਊਂਡ ਕੋਰਿੰਬ, ਕੰਪਾਊਂਡ ਕੋਰਿੰਬ ਜਿਹੜਾ ਆ ਦੇਖੋ ਮੇਨ ਐਕਸੈਸ ਬ੍ਰਾਂਚਡ ਆ। ਉਸ ਬ੍ਰਾਂਚ ਤੋਂ ਜਿਹੜੇ ਓਲਡਰ ਫਲਾਰਸ ਆ ਉਹ ਥੱਲੇ ਨਿਕਲ ਰਹੇ ਆ ਅਤੇ ਟੂਵਰਡਸ ਦਾ ਬੇਸ ਅਤੇ ਯੰਗ ਆ ਟੂਵਰਡਸ ਦਾ ਅਪੈਕਸ। ਅਤੇ ਫਲਾਰ ਤੁਹਾਨੂੰ ਲੱਗੂਗੇ ਸਾਰੇ ਇੱਕੋ ਹੀ ਲੈਵਲ 'ਤੇ ਗਰੋ ਕਰ ਰਹੇ ਆ। ਇਹ ਹੋ ਗਿਆ ਕੰਪਾਊਂਡ ਕੋਰਿੰਬ। ਫਿਰ ਕੰਪਾਊਂਡ ਅੰਬਲ ਵੀ ਇਸੇ ਤਰ੍ਹਾਂ ਦਾ ਆ। ਪਿੱਛੇ ਆਪਾਂ ਦੇਖਿਆ ਹੀ ਸੀ ਕਿ ਆ ਮੇਨ ਪੈਡੰਕਲ ਅੱਗੇ ਬ੍ਰਾਂਚਡ ਆ ਆਹ, ਅਤੇ ਉਸ ਤੋਂ ਅੱਗੇ ਫਿਰ ਫਲਾਰਸ ਦੇ ਆਹ ਸਟਾਕ ਅਰਾਈਜ਼ ਕਰ ਰਹੇ ਆ ਅਤੇ ਸਾਰੇ ਫਲਾਰਸ ਐਟ ਦਾ ਸੇਮ ਲੈਵਲ। ਇਹਨੂੰ ਅਸੀਂ ਕਹਿੰਦੇ ਕੋਰਿੰਬ, ਅੰਬਲ। ਤਾਂ ਇਹ ਤੁਹਾਨੂੰ ਅੰਬਲ ਔਰ ਕੋਰਿੰਬ 'ਚ ਥੋੜ੍ਹਾ ਜਿਹਾ ਫਰਕ ਹੈਗਾ ਆ। ਕੋਰਿੰਬ ਦੇ ਵਿੱਚ ਮੇਨ ਐਕਸੈਸ ਉਹ ਬ੍ਰਾਂਚਡ ਆ, ਬ੍ਰਾਂਚ 'ਤੇ ਜਿਹੜੇ ਫਲਾਰਸ ਲੱਗੇ ਹੋਏ ਆ ਉਹ ਅਲੱਗ-ਅਲੱਗ ਬ੍ਰਾਂਚਿਸ 'ਤੇ ਜਿਹੜੇ ਫਲਾਰ ਲੱਗੇ ਹੋਏ ਆ ਉਹ ਇੱਕ ਬ੍ਰਾਂਚ ਦੇ ਫਲਾਰ ਜਿਹੜੇ ਆ ਇੱਕੋ ਹੀ ਲੈਵਲ 'ਤੇ ਗਰੋ ਕੀਤੇ ਹੋਏ ਆ। ਲੇਕਿਨ ਅੰਬਲ ਦੇ ਵਿੱਚ ਮੇਨ ਪੈਡੰਕਲ ਦੀ ਟਿਪ ਤੋਂ ਬ੍ਰਾਂਚਿਸ ਅਰਾਈਜ਼ ਕਰ ਰਹੀਆਂ ਆ। ਉਸ ਬ੍ਰਾਂਚਿਸ ਤੋਂ ਫਿਰ ਫਲਾਰਸ ਅਰਾਈਜ਼ ਕਰ ਰਹੇ ਆ ਅੱਗੇ, ਅਤੇ ਉਹ ਫਲਾਰਸ ਜਿਹੜੇ ਆ ਇੱਕੋ ਹੀ ਲੈਵਲ 'ਤੇ ਆ। ਤਾਂ ਡਾਇਗਰਾਮ ਤੋਂ ਕਲੀਅਰ ਡਿਫਰੈਂਸ ਦਿਖ ਰਿਹਾ ਆ, ਕਨਫਿਊਜ਼ ਹੋਣ ਦੀ ਲੋੜ ਨਹੀਂ ਹੈਗੀ। ਫਿਰ ਕੰਪਾਊਂਡ ਕੈਪੀਚੂਲਮ, ਉਹੀ ਮੇਨ ਐਕਸੈਸ ਕੱਪ ਲਾਈਕ ਹੋਣਾ। ਇਹ ਮੇਨ ਐਕਸੈਸ ਜਿਹੜੀ ਉਹ ਬ੍ਰਾਂਚਡ ਹੁੰਦੀ ਆ। ਸੈਵਰਲ ਜਿਹੜੇ ਇਹਦੇ ਹੈਗੇ ਕੈਪੀਚਲਸ ਆਰ ਇਨਕਲੂਡਡ ਵਿਦਇਨ ਸੇਮ ਇਨਵੋਲਿਊਕਰ ਆਫ ਬ੍ਰੈਕਟਸ ਨਾਲ ਢਕੇ ਹੁੰਦੇ ਆ। ਅਤੇ ਇਹਦਾ ਵੀ ਅਸੀਂ ਡਾਇਗਰਾਮ ਜਿਹੜਾ ਉਹ ਪਿੱਛੇ ਦੇਖਿਆ। ਹੁਣ ਜਿਹੜਾ ਮੇਨ ਹੈਗਾ ਇਨਫਲੋਰੇਸੈਂਸ ਉਹ ਹੈਗਾ ਆ ਸਾਈਮੋਸ। ਇਸ ਇਨਫਲੋਰੇਸੈਂਸ ਦੇ ਵਿੱਚ ਮੇਨ ਐਕਸਿਸ ਪੈਡੰਕਲ ਜਿਹੜੀ ਆ ਉਹ ਟਰਮੀਨੇਟ ਕਰਦੀ ਆ ਇਨਟੂ ਫਲਾਰ, ਅਤੇ ਫਰਦਰ ਗਰੋਥ ਟੇਕਸ ਪਲੇਸ ਬਾਏ ਲੇਟਰਲ ਬ੍ਰਾਂਚਿਸ ਵਿਚ ਅਰਾਈਜ਼ ਬਿਲੋ ਦਾ ਟਰਮੀਨਲ ਫਲਾਰ। ਤਾਂ ਜਿਹੜਾ ਅਸੀਂ ਰੈਸੀਮ ਔਰ ਸਾਈਮੋਸ 'ਚ ਕਲੀਅਰ ਕੱਟ ਡਿਫਰੈਂਸ ਆ, ਰੈਸੀਮ ਦੇ ਵਿੱਚ
टर्मीनल ते कोई भी फ्लावर नहीं हुंदा, बड हुंदी आ। इस पेडंकल दी भरपूर ग्रोथ हुंदी आ ते साइड ते ब्रांचेस निकलदियां, उस ब्रांचेस ते फ्लावर लगे हुंदे आ। पर साइमोस दे विच ਜਿਹੜਾ ਇਹ ਮੇਨ ਬ੍ਰਾਂਚ ਆ ਪੈਡੰਕਲ, ਇਹਦੇ 'ਤੇ ਫਲਾਰ ਲੱਗਿਆ ਹੁੰਦਾ ਟਿਪ 'ਤੇ, ਮਤਲਬ ਇਹ ਜਾ ਕੇ ਉੱਥੇ ਉਹਦੀ ਗਰੋਥ ਖਤਮ ਹੋ ਜਾਂਦੀ ਆ। ਫਿਰ ਜਦੋਂ ਟਿਪ 'ਤੇ ਫਲਾਰ ਅਰਾਈਜ਼ ਹੋ ਜਾਂਦਾ ਆ ਤਾਂ ਇਹਦੀ ਜਿਹੜੀ ਲੇਟਰਲ ਬ੍ਰਾਂਚਿਸ ਅਰਾਈਜ਼ ਕਰਦੀਆਂ ਆ, ਲੇਟਰਲ ਬ੍ਰਾਂਚਿਸ ਜਿਹੜੀਆਂ ਆ ਉਹ ਟਰਮੀਨੇਟ ਕਰਦੀਆਂ ਇਨਟੂ ਫਲਾਰ। ਇੱਥੇ ਡਾਇਗਰਾਮ 'ਚ ਤੁਹਾਨੂੰ ਦਿਖ ਜਾਣਾ ਆ। ਆ ਦੇਖੋ ਮੇਨ ਪੈਡੰਕਲ ਆ, ਇੱਥੇ ਫਲਾਰ ਅਰਾਈਜ਼ ਕਰ ਗਿਆ। ਹੁਣ ਫਲਾਰ ਤੋਂ ਥੱਲੇ ਆ ਬ੍ਰਾਂਚਿਸ ਅਰਾਈਜ਼ ਕੀਤੀਆਂ ਆ, ਇਹ ਬ੍ਰਾਂਚ ਦੀ ਟਿਪ 'ਤੇ ਵੀ ਫਲਾਰ ਹੋ ਸਕਦੇ ਆ। ਇਹ ਵੀ ਅਲੱਗ-ਅਲੱਗ ਤਰ੍ਹਾਂ ਦੇ ਆ। ਅਰੇਂਜਮੈਂਟ ਆਫ ਫਲਾਰਸ ਜਿਹੜਾ ਉਹਦੇ ਵਿੱਚ ਆਪਾਂ ਐਕਰੋਪਿਟਲ ਅਤੇ ਸੈਂਟਰੀਪਿਟਲ ਦੇਖਿਆ ਸੀ, ਮਤਲਬ ਓਲਡਰ ਟੂਵਰਡਸ ਦਾ ਬੇਸ ਐਂਡ ਯੰਗਰ ਟੂਵਰਡਸ ਦਾ ਅਪੈਕਸ, ਜੇ ਮੈਂ ਭੁੱਲੀ ਨਾ ਹੋਵਾਂ ਤਾਂ। ਬੇਸੀਪਿਟਲ ਔਰ ਸੈਂਟਰੀਫਿਊਗਲ ਸਾਈਮੋਸ ਦੇ ਵਿੱਚ ਹੁੰਦਾ। ਇਹ ਡਿਫਰੈਂਸ ਵਾਲੇ ਪੁਆਇੰਟਸ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਆਊਟਰ ਔਰ ਬੇਸਲ ਫਲਾਰਸ ਜਿਹੜੇ ਆ ਇਹਦੇ ਯੰਗ, ਅਤੇ ਬੇਸਲ ਮਤਲਬ ਬੇਸ 'ਤੇ ਜਿਹੜੇ ਫਲਾਰਸ ਆ ਉਹ ਯੰਗ ਹੁੰਦੇ ਆ। ਸੈਂਟਰਲ ਅਤੇ ਉੱਪਰ ਜਿਹੜੇ ਓਲਡ ਫਲਾਰਸ ਹੁੰਦੇ ਆ, ਮਤਲਬ ਉਹ ਤੋਂ ਪੁੱਠਾ ਹੋ ਗਿਆ। ਠੀਕ ਹੈ। ਸਾਈਮੋਸ ਇਨਫਲੋਰੈਸੈਂਸ ਵੀ ਅਲੱਗ-ਅਲੱਗ ਤਰ੍ਹਾਂ ਦਾ ਆ। ਫਸਟ ਇਜ਼ ਯੂਨੀਪੈਰਸ, ਯੂਨੀ ਮੈਨੇ ਸਿੰਗਲ, ਮੋਨੋਚੇਜ਼ੀਅਲ ਸਾਈਮ, ਮੋਨੋ ਮੈਨੇ ਸਿੰਗਲ। ਤਾਂ ਮੇਨ ਐਕਸਿਸ ਟਰਮੀਨੇਟਸ ਇਨਟੂ ਫਲਾਰ, ਟਰਮੀਨੇਟ ਮਤਲਬ ਖਤਮ ਹੋ ਜਾਂਦੀ ਆ ਫਲਾਰ ਮੇਨ ਐਕਸਿਸ 'ਤੇ। ਆ ਦੇਖੋ ਫਲਾਰ ਜਿਹੜਾ ਆ ਉਹ ਮੇਨ ਐਕਸਿਸ 'ਤੇ ਉੱਪਰ ਟਿਪ 'ਤੇ ਫਲਾਰ ਲੱਗ ਗਿਆ ਆ। ਸਿੰਗਲ ਲੇਟਰਲ ਬ੍ਰਾਂਚ ਜਿਹੜੀ ਆ ਉਹ ਅਰਾਈਜ਼ ਕਰਦੀ ਆ ਟਰਮੀਨਲ ਫਲਾਰ ਦੇ ਥੱਲੇ ਤੋਂ, ਵਿਚ ਪੁਸ਼ਿਸ ਦਾ ਲੇਟਰ ਟੂ ਅ ਸਾਈਡ। lateral branch again terminates in a flower. The single lateral branch arise below it. Process ਇੱਦਾਂ ਚੱਲਦਾ ਰਹਿੰਦਾ ਆ several times. Branching sympodial ਹੁੰਦੀ ਆ। ਯੂਨੀਪੈਰਸ ਸਾਈਮ ਜਿਹੜੀ ਆ ਅੱਗੇ ਦੋ ਤਰ੍ਹਾਂ ਦੀ ਹੁੰਦੀ ਆ। ਹੁਣ ਆ ਯੂਨੀਪੈਰਸ ਦੇਖੋ, ਇੱਕ ਬ੍ਰਾਂਚ ਅਰਾਈਜ਼ ਕੀਤੀ, ਇਹਦੀ ਟਿਪ 'ਤੇ ਫਲਾਰ ਆ ਗਿਆ, ਇਹਦੀ ਗਰੋਥ ਖਤਮ ਹੋ ਗਈ। ਹੁਣ ਫਲਾਰ ਦੇ ਥੱਲੇ ਤੋਂ ਸੈਕਿੰਡ ਬ੍ਰਾਂਚ ਅਰਾਈਜ਼ ਕੀਤੀ, ਇਹਦੀ ਵੀ ਟਿਪ 'ਤੇ ਫਲਾਰ ਡਿਵੈਲਪ ਹੋ ਗਿਆ, ਇਹਦੀ ਗਰੋਥ ਖਤਮ ਹੋ ਗਈ। ਫਿਰ ਉਹਦੇ ਫਲਾਰ ਦੇ ਥੱਲੇ ਤੋਂ ਨੈਕਸਟ ਬ੍ਰਾਂਚ ਨਿਕਲੀ, ਉਹਦੀ ਟਿਪ 'ਤੇ ਫਲਾਰ ਆ ਗਿਆ, ਇਹਦੀ ਗਰੋਥ ਖਤਮ ਹੋ ਗਈ। ਤਾਂ ਇਹ ਜ਼ਿਗ ਜ਼ੈਗ ਮੈਨਰ ਦੇ ਵਿੱਚ ਬ੍ਰਾਂਚਿੰਗ ਹੁੰਦੀ ਆ ਅਤੇ ਫਲਾਰ ਅਰਾਈਜ਼ ਹੁੰਦਾ ਆ, ਤਾਂ ਉਸ ਬ੍ਰਾਂਚ ਦੀ ਗਰੋਥ ਉਨੀ ਕੁ ਹੁੰਦੀ ਆ। ਇਹਨੂੰ ਅਸੀਂ ਕਹਿੰਦੇ ਹਾਂ ਸਕੋਰਪੀਓਡ ਟਾਈਪ ਆਫ ਇਨਫਲੋਰੈਸੈਂਸ। ਨੈਕਸਟ ਇਜ਼ ਹੈਲੀਕੋਇਡ। ਹੈਲੀਕੋਇਡ ਦੇ ਵਿੱਚ ਕੀ ਆ, ਇੱਕੋ ਹੀ ਤਰਫ ਨੂੰ ਬ੍ਰਾਂਚ ਅਰਾਈਜ਼ ਕਰਨੀ ਆ ਅਤੇ ਇੱਕੋ ਹੀ ਤਰਫ ਨੂੰ ਫਲਾਰਸ ਜਿਹੜੇ ਆ ਉਹ ਲੱਗਣੇ ਆ। ਜਿਵੇਂ ਆਹ ਬ੍ਰਾਂਚ ਅਰਾਈਜ਼ ਕੀਤੀ, ਇਹਦੀ ਟਿਪ 'ਤੇ ਫਲਾਰ ਲੱਗ ਗਿਆ। ਫਿਰ ਇਹ ਥੱਲੇ ਤੋਂ ਬ੍ਰਾਂਚ ਅਰਾਈਜ਼ ਕੀਤੀ, ਇਹਦੀ ਟਿਪ 'ਤੇ ਫਲਾਰ, ਤਾਂ ਵਨ ਸਾਈਡ 'ਤੇ ਹੀ ਫਲਾਰ ਔਰ ਬ੍ਰਾਂਚਿੰਗ ਹੋਣੀ ਹੈ। ਇਹਨੂੰ ਅਸੀਂ ਕਹਿੰਦੇ ਹਾਂ ਹੈਲੀਕੋਇਡ ਟਾਈਪ ਆਫ ਯੂਨੀਪੈਰਸ ਜਾਂ ਮੋਨੋਚੇਜ਼ੀਅਲ ਸਾਈਮ। ਫਿਰ ਇਹ ਦੋ ਤਰ੍ਹਾਂ ਦੇ ਆ। ਔਰ ਦੈਨ ਇਸ ਬਾਈਪੈਰਸ ਔਰ ਡਾਈਚੇਸੀਅਲ ਸਾਈਮ। ਬਾਈ ਮਤਲਬ ਟੂ, ਤਾਂ ਮੇਨ ਐਕਸਿਸ ਟਰਮੀਨੇਟਸ ਇਨ ਅ ਫਲਾਰ। ਇਹ ਤਾਂ ਯਾਦ ਹੀ ਰੱਖਣਾ ਕਿ ਮੇਨ ਐਕਸਿਸ ਟਰਮੀਨੇਟ ਹੋ ਜਾਣੀ ਆ ਫਲਾਰ 'ਚ ਜਾਂ ਖ਼ਤਮ ਹੋ ਜਾਣੀ ਆ ਫਲਾਰ 'ਚ, ਜਾਂ ਫਿਰ ਮੇਨ ਐਕਸਿਸ ਦੀ ਟਿਪ 'ਤੇ ਫਲਾਰ ਗਰੋ ਕਰ ਜਾਣਾ ਆ। ਔਰ ਥੱਲੇ ਲੇਟਰਲ ਬ੍ਰਾਂਚਿਸ ਪੇਅਰਸ 'ਚ ਅਰਾਈਜ਼ ਹੋਣੀ ਆ ਫਲਾਰ ਦੇ ਥੱਲੇ ਤੋਂ, ਉਹਨੇ ਵੀ ਟਰਮੀਨੇਟ ਕਰ ਜਾਣਾ ਆ ਇਨਟੂ ਫਲਾਰ ਜਾਂ ਖ਼ਤਮ ਹੋਣਾ ਆ ਉਹਨੇ ਵੀ ਫਲਾਰ ਦੇ ਵਿੱਚ। ਔਰ ਪ੍ਰੋਸੈਸ ਇੱਦਾਂ ਰਿਪੀਟ ਹੁੰਦਾ ਰਹਿਣਾ ਆ। ਇਗਜ਼ੋਰਾ, ਜੈਸਮਿਨ ਇਹਦੇ ਐਗਜ਼ਾਮਪਲਸ ਆ। ਤਾਂ ਇੱਥੇ ਆ ਤੁਹਾਨੂੰ ਦੇਖੋ ਬਾਈਪੈਰਸ, ਆ ਮੇਨ ਬ੍ਰਾਂਚ ਆ, ਮੇਨ ਬ੍ਰਾਂਚ ਦੀ ਟਿਪ 'ਤੇ ਫਲਾਰ,
ਇਹਦੇ ਥੱਲੇ ਤੋਂ ਦੋਨੋਂ ਤਰਫ ਬ੍ਰਾਂਚਿਸ ਨਿਕਲੀਆਂ, ਉਹਦੇ ਵੀ ਟਿਪ 'ਤੇ ਫਲਾਰ, ਫਿਰ ਉਹਦੇ ਫਲਾਰ ਦੇ ਨੀਚੇ ਤੋਂ ਬ੍ਰਾਂਚਿਸ ਨਿਕਲੀਆਂ, ਇਹਨਾਂ ਦੇ ਵੀ ਟਿਪ 'ਤੇ ਫਲਾਰ। ਤਾਂ ਇਹ ਹੋ ਗਈ ਬਾਈਪੇਰਸ, ਮਤਲਬ 2 ਬ੍ਰਾਂਚਿਸ। फिर मल्टीपेरस, नाम तो ही क्लीयर है, मल्टी मैंने बहुत सारी। मेन ब्रांच, ਇਹਦੀ ਟਿਪ 'ਤੇ ਫਲਾਰ, ਇਹਦੇ ਥੱਲੇ ਤੋਂ ਬ੍ਰਾਂਚਿਸ, ਉਹਦੀ ਅੱਗੇ ਬ੍ਰਾਂਚਿਸ, ਉਹਨਾਂ ਦੇ ਟਿਪ 'ਤੇ ਫਲਾਰ, ਫਿਰ ਉਹਦੇ ਥੱਲੇ ਤੋਂ ਬ੍ਰਾਂਚਿਸ, ਉਹਦੀ ਟਿਪ 'ਤੇ ਫਲਾਰ। ਤਾਂ ਇਸ ਤਰ੍ਹਾਂ ਫਲਾਰਸ ਲੱਗੂਗੇ ਤੁਹਾਨੂੰ ਕਿ ਸਾਰੇ ਇੱਕੋ ਹੀ ਲੈਵਲ 'ਤੇ ਆ ਗਏ ਆ। ਮਲਟੀਪੇਰਸ ਜਾਂ ਪੋਲੀਚੇਸੀਅਲ ਇਹ ਸਾਈਮ। ਆ ਡਾਇਗਰਾਮ ਹੈਗਾ ਮੋਨੋਚੇਜ਼ੀਅਲ ਸਕੋਰਪੀਅਡ ਸਾਈਮ ਦਾ। ਔਰ ਫਿਰ ਨੈਕਸਟ ਜਿਹੜਾ ਇਨਫਲੋਰੇਸੈਂਸ ਹੈਗਾ ਆ ਉਹ ਆ ਵਿਦ ਡਾਇਗਰਾਮ ਸਾਰੇ ਅਲੱਗ-ਅਲੱਗ ਪਲਾਂਟਸ ਦੇ ਆ। ਮਲਟੀਪੈਰਸ ਹੋ ਗਿਆ, ਇਹ ਅਸੀਂ ਪੜ੍ਹ ਹੀ ਲਿਆ ਆ। ਰਸੀਮ ਔਰ ਸਾਈਮ 'ਚ ਡਿਫਰੈਂਸ ਕਲੀਅਰ ਕੱਟ ਪਤਾ ਆ। ਸਾਈਮ ਦੇ ਜਿਹੜੀ ਮੇਨ ਬ੍ਰਾਂਚ ਦੇ ਟਿਪ 'ਤੇ ਫਲਾਰ ਹੁੰਦਾ ਆ, ਔਰ ਫਿਰ ਥੱਲੇ ਤੋਂ ਬ੍ਰਾਂਚਿੰਗ ਹੋ ਕੇ ਉਹਨਾਂ ਦੀ ਟਿਪ 'ਤੇ ਫਲਾਰ ਹੁੰਦਾ। ਰੈਸੀਮੋਸ ਦੀ ਮੇਨ ਬ੍ਰਾਂਚ ਦੇ ਟਿਪ 'ਤੇ ਫਲਾਰ ਨਹੀਂ ਹੁੰਦਾ ਹੈਗਾ, ਸਾਈਡ 'ਤੇ ਜਿਹੜੀ ਬ੍ਰਾਂਚਿਸ ਹੁੰਦੀਆਂ ਆ ਉਹਨਾਂ ਬ੍ਰਾਂਚਿਸ 'ਤੇ ਫਲਾਰ ਜਿਹੜੇ ਆ ਅਰਾਈਜ਼ ਕਰਦੇ। ਫਿਰ ਹੈਗਾ ਆ ਸਪੈਸ਼ਲ ਟਾਈਪ ਆਫ ਇਨਫਲੋਰੇਸੈਂਸ। ਤਾਂ ਇਹ ਵੈਰੀ ਇੰਪੋਰਟੈਂਟ ਟੋਪਿਕ ਆ। ਹਾਈਪੈਂਥੋਡੀਅਮ ਸਪੈਸ਼ਲ ਟਾਈਪ ਆਫ ਇਨਫਲੋਰੇਸੈਂਸ ਮਤਲਬ ਪਰਟੀਕੂਲਰ ਫਲਾਰ ਦੇ ਵਿੱਚ ਇਹ ਪ੍ਰੈਜ਼ੈਂਟ ਹੋਏਗਾ। ਹਾਈਪੈਂਥੋਡੀਆ ਤੁਹਾਨੂੰ ਡਾਇਗਰਾਮ ਦੇ ਵਿੱਚ ਦਿਖ ਰਿਹਾ ਆ, ਸਪੈਸ਼ਲ ਟਾਈਪ ਆਫ ਇਨਫਲੋਰੇਸੈਂਸ ਆ। ਇਹ ਬਣਦਾ ਆ ਬਾਈ ਦਾ ਕੰਡੈਂਸੇਸ਼ਨ ਆਫ ਮੇਨ ਐਕਸਿਸ ਇਨਟੂ ਅ ਕੱਪ ਔਰ ਫਲਾਸਕ ਸ਼ੇਪਡ ਫਲੈਸ਼ੀ ਰਿਸੈਪਟੇਕਲ। ਆ ਦੇਖੋ ਆਹ ਪੈਡੰਕਲ ਆ, ਇਹੀ ਜਿਹੜਾ ਆ ਫਲਾਸਕ ਸ਼ੇਪਡ ਗੁਦਗੁਦਾ ਸਟਰਕਚਰ ਬਣ ਜਾਂਦਾ ਆ, ਮੋਡੀਫਾਈਡ ਹੋ ਜਾਂਦਾ ਆ। ਔਰ ਇਹਦੇ ਵਿੱਚ ਸਮੋਲ ਟਿਪ 'ਤੇ ਇੱਕ ਉੱਪਰ ਓਪਨਿੰਗ ਹੁੰਦੀ ਆ, ਉਸ ਓਪਨਿੰਗ ਨੂੰ ਓਸਟਿਊਲ ਕਹਿ ਦਿੰਦੇ ਆ। ਔਰ ਜਿਹੜੇ ਕਹਿ ਲਓ ਕਿ ਓਪਨਿੰਗ ਦੇ ਆਲੇ ਦੁਆਲੇ ਸਕੇਲਸ ਹੁੰਦੀਆਂ ਆ, ਔਰ ਇੱਕ ਕੈਨਾਲ ਬਣੀ ਹੁੰਦੀ ਆ ਜਿਹਨੂੰ ਪੈਸੇਜ ਕੈਨਾਲ ਕਹਿੰਦੇ ਆ, ਉਹ ਥੱਲੇ ਨੂੰ ਜਾਂਦੀ ਆ। ਔਰ ਉਹਦੇ 'ਤੇ ਲੱਗੇ ਹੁੰਦੇ ਆ, ਡਿਵੈਲਪ ਹੁੰਦੇ ਆ ਪੁਆਇੰਟਡ ਹੇਅਰਸ, ਜਦੋਂ ਟੱਚ ਕਰੋਗੇ ਤਾਂ ਚੁਭਣਗੇ ਉਹ। ਔਰ ਇਹਦੇ ਵਿੱਚ ਇਹਨੂੰ ਕਿਉਂ ਸਪੈਸ਼ਲ ਕਹਿੰਦੇ ਆ, ਕਿਉਂਕਿ ਇਹਦੀ ਕੈਵਿਟੀ ਦੇ ਵਿੱਚ 3 ਕਾਈਂਡਸ ਆਫ ਫਲਾਰਸ ਪ੍ਰੈਜ਼ੈਂਟ ਹੁੰਦੇ ਆ। ਇਹ ਵੈਰੀ ਇੰਪੋਰਟੈਂਟ ਆ। 3 ਕਾਈਂਡਸ ਆਫ ਫਲਾਰਸ ਇਹ 'ਚ ਪ੍ਰੈਜ਼ੈਂਟ ਹੁੰਦੇ ਆ, ਮੇਲ, ਫੀਮੇਲ ਅਤੇ ਗਾਲ। ਹੁਣ ਆਹ ਦੇਖੋ ਹਮ ਪੈਡੰਕਲ, ਇਹ ਮੋਡੀਫਾਈਡ ਹੋ ਗਿਆ ਗੁਦਗੁਦੇ ਫਲੈਟ ਫਲਾਸਕ ਸ਼ੇਪਡ ਰਿਸੈਪਟੇਕਲ ਦੇ ਵਿੱਚ। ਉੱਪਰ ਆਹ ਓਪਨਿੰਗ ਆ, ਓਪਨਿੰਗ ਤੋਂ ਥੱਲੇ ਨੂੰ ਇੱਕ ਕੈਨਾਲ ਜਾਂ ਲਾਈਨ ਜਾਂ ਕਹਿ ਲਓ ਕਿ ਪਾਈਪਲਾਈਨ ਆ ਰਹੀ ਆ, ਉਹ ਪਾਈਪਲਾਈਨ ਪੂਰੀ ਢੱਕੀ ਹੁੰਦੀ ਆ ਹੇਅਰਸ ਨਾਲ। ਅਤੇ ਇਹਦੇ ਵਿੱਚ 3 ਕਾਈਂਡਸ ਆਫ ਫਲਾਰਸ ਪ੍ਰੈਜ਼ੈਂਟ ਹੁੰਦੇ ਆ। ਉੱਪਰ ਦੀ ਤਰਫ ਮੇਲ, ਸੈਂਟਰ ਦੇ ਵਿੱਚ ਗਾਲ ਫਲਾਰ ਅਤੇ ਥੱਲੇ ਬੇਸ 'ਤੇ ਫੀਮੇਲ ਫਲਾਰਸ। ਇਹੀ ਇਹਦੀ ਸਪੈਸ਼ਲਿਟੀ ਆ, ਤਾਂ ਹੀ ਇਹਨੂੰ ਅਸੀਂ ਸਪੈਸ਼ਲ ਟਾਈਪ ਆਫ ਇਨਫਲੋਰੇਸੈਂਸ ਕਹੀਦਾ ਆ। ਸਾਰੇ ਫਲਾਰਸ ਜਿਹੜੇ ਆ ਕੈਵਿਟੀ ਦੇ ਅੰਦਰ ਅਰੇਂਜਡ ਹੁੰਦੇ ਆ। ਮੇਲ ਇਹ ਪੋਜੀਸ਼ਨ ਤਾਂ ਤੁਹਾਨੂੰ ਦੱਸ ਹੀ ਦਿੱਤੀ ਆ ਮੈਂ। ਮੇਲ ਫਲਾਰਸ ਜਿਹੜੇ ਆ ਉਹ ਓਪਨਿੰਗ ਦੇ ਕੋਲ ਪ੍ਰੈਜ਼ੈਂਟ ਹੁੰਦੇ ਆ। ਨਿਊਟਰਲ ਜਾਂ ਗਾਲ ਫਲਾਰਸ ਜਿਹਦੇ ਵਿੱਚ ਐਗ ਜਾਂ ਪਿਊਪਾ ਆਫ ਇਨਸੈਕਟ ਪ੍ਰੈਜ਼ੈਂਟ ਹੁੰਦਾ ਆ। ਯਾਦ ਰੱਖਿਓ ਜਿਹੜੇ ਨਿਊਟਰ ਜਾਂ ਗਾਲ ਫਲਾਰ ਹੁੰਦੇ ਆ ਇਹਦੇ ਵਿੱਚ ਇਨਸੈਕਟ ਜਿਹੜੇ ਅੰਦਰ ਵੜਦੇ ਆ ਉਹਦੇ ਐਗ ਜਾਂ ਪਿਊਪਾ ਪ੍ਰੈਜ਼ੈਂਟ ਹੁੰਦੇ ਆ। ਔਰ ਮਿਡਲ ਦੇ ਵਿੱਚ ਫੀਮੇਲ ਫਲਾਰਸ ਇਹ ਮਿਡਲ 'ਚ ਪ੍ਰੈਜ਼ੈਂਟ ਹੁੰਦੇ ਆ, ਤਾਂ ਫੀਮੇਲ ਫਲਾਰਸ ਐਟ ਦਾ ਬੇਸ। ਇਹ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ। ਜਿਹੜੇ ਫਲਾਰਸ ਆ ਉਹ ਇਨਸੈਕਟ ਪੋਲੀਨੇਟਡ ਹੁੰਦੇ ਆ। ਇੱਦਾਂ ਕੈਵਿਟੀ ਲਾਈਕ ਬਣਨ ਦਾ ਮਕਸਦ ਹੀ ਇਹ ਹੈ ਕਿ ਇਨਸੈਕਟਸ ਅੰਦਰ ਆਉਣਗੇ, ਉਹਨਾਂ ਦਾ ਵੀ ਕੰਮ ਚੱਲ ਜਾਂਦਾ ਹੈ ਕਿ ਨੈਕਟਰ ਮਿਲ ਜਾਂਦਾ ਆ, ਇਹਨਾਂ ਫਲਾਰਸ ਦਾ ਪੋਲੀਨੇਸ਼ਨ ਵੀ ਹੋ ਜਾਂਦਾ ਆ। ਐਗਜ਼ਾਮਪਲ ਫਾਈਕਸ, ਕੈਰੀਕਾ, ਫਾਈਕਸ ਰੈਲੀਜੀਓਸਾ। ਆ ਪਿੱਪਲ ਹੋਇਆ, ਬੋੜ ਹੋਏ, ਬਰਗਦ, ਇਹਨਾਂ 'ਚ ਇਹ ਪ੍ਰੈਜ਼ੈਂਟ ਨੇ। ਤੁਸੀਂ ਦੇਖਿਆ ਹੋਣਾ ਕਿ ਪਿੱਪਲ ਬੋੜ ਦੇ ਦਰਖਤਾਂ ਦੇ ਥੱਲੇ ਬਰਾਊਨ ਜਿਹੇ ਯੈਲੋ ਔਰੇਂਜ ਜਿਹੇ ਗਿਰੇ ਹੁੰਦੇ ਆ, ਕਹਿ ਲਓ ਕਿ ਫਰੂਟ ਲਾਈਕ ਸਟਰਕਚਰ।
ਉਹ ਇਹੀ ਹੈ ਇਨਫਲੋਰੈਸੈਂਸ। ਫਿਰ ਨੈਕਸਟ ਸਪੈਸ਼ਲ ਟਾਈਪ ਇਨਫਲੋਰੈਸੈਂਸ ਹੈਗਾ ਸਾਈਥੀਅਮ। ਇਹ ਸਪੈਸ਼ਲ ਕਿਉਂ ਆ? ਕਿਉਂਕਿ ਇਹਦੇ ਵਿੱਚ ਇਹ ਵੀ ਕੰਡੈਂਸਡ ਹੁੰਦਾ ਆ ਅਤੇ ਸਿੰਗਲ ਬਾਇਸੈਕਸ਼ੁਅਲ ਫਲਾਰ ਵਰਗਾ ਦਿਖਦਾ ਆ। ਇਹਦੇ ਵਿੱਚ ਕੋਨੀਕਲ ਰਿਸੈਪਟੀਕਲ ਹੁੰਦਾ ਆ ਜਿਹੜਾ ਸਰਾਊਂਡਡ ਹੁੰਦਾ ਆ ਬਾਏ ਗ੍ਰੀਨ ਔਰ ਬਰਾਈਟਲੀ ਕਲਰਡ ਇਨਵੋਲਿਊਕਰ। ਤਾਂ ਦੇਖੋ ਆਹ ਮੇਨ ਐਕਸੈਸ ਇਹਦੇ ਵਿੱਚ ਮਾੜੀ ਵੀ ਨਹੀਂ ਦਿਖ ਰਹੀ, ਕੰਡੈਂਸਡ ਸਟਰਕਚਰ ਆ। ਬਾਇਸੈਕਸ਼ੁਅਲ ਫਲਾਰ ਤਾਂ ਕਿਹਾ ਆ ਕਿ ਆ ਫੀਮੇਲ ਫਲਾਰ ਆ, ਮੇਲ ਫਲਾਰ ਆ, ਤਾਂ ਇਸ ਤਰ੍ਹਾਂ ਦਾ ਇਹਦਾ ਸਟਰਕਚਰ ਆ ਪੂਰਾ ਇਨਵੋਲਿਊਕਰ ਮਤਲਬ ਖਾਲੀ ਗੁਥਲੀ। ਅਤੇ ਇਹ ਜਿਹੜਾ ਆ ਇਹਦੇ ਵਿੱਚ ਰਿਸੈਪਟੀਕਲ ਪ੍ਰੈਜੈਂਟ ਹੁੰਦਾ ਆ ਜਿਹੜਾ ਗ੍ਰੀਨ ਕਲਰਡ ਜਾਂ ਬਰਾਈਟਲੀ ਕਲਰਡ ਇਨਵੋਲਿਊਕਰ ਮਤਲਬ ਮੈਂਬਰੇਨਸ ਨਾਲ ਢਕਿਆ ਹੁੰਦਾ ਆ, ਜਿਹੜੀਆਂ ਕਿ 4 ਔਰ 5 ਬ੍ਰੈਕਟਸ ਦੇ ਫਿਊਜ਼ਨ, ਬ੍ਰੈਕਟਸ ਮਤਲਬ ਲੀਫ ਲਾਈਕ ਸਟਰਕਚਰ ਨਾਲ ਉਹਨਾਂ ਦੇ ਫਿਊਜ਼ ਹੋਣ ਨਾਲ ਇੱਦਾਂ ਉਹਨਾਂ ਨੇ ਇੱਕ ਥੈਲੀ ਜਿਹੀ ਬਣਾਈ ਹੁੰਦੀ ਆ, ਜਿਹਦੇ ਵਿੱਚ ਗਲੈਂਡਸ ਪ੍ਰੈਜੈਂਟ ਹੁੰਦੇ ਆ, ਨੈਕਟੈਰੀਫੇਰਸ ਗਲੈਂਡਸ। ਨੈਕਟੈਰੀਫੇਰਸ ਗਲੈਂਡਸ ਨੈਕਟਰ ਬਣਾਉਣ 'ਚ ਹੈਲਪ ਕਰਦੇ ਆ। ਅਤੇ ਜਿਹੜੇ ਟਰਮੀਨਲ ਫਲਾਰ ਹੁੰਦੇ ਆ ਸਾਈਮ ਦੇ, ਫੀਮੇਲ ਫਲਾਰ ਵਿਚ ਇਜ਼ ਹਾਈਲੀ ਰਿਡਿਊਸਡ ਅਤੇ ਰਿਪਰੈਜ਼ੈਂਟਡ ਬਾਏ ਸਿੰਗਲ ਪਿਸਟਲ, ਪਿਸਟਲ ਦੀ ਸ਼ੇਪ 'ਚ ਪ੍ਰੈਜੈਂਟ ਹੁੰਦੇ ਆ। ਔਰ ਜਿਹੜੇ ਥੱਲੇ ਨੂੰ ਇਨਸਰਟਡ ਫੀਮੇਲ ਫਲਾਰ ਹੈਂਗਸ ਡਾਊਨ ਡਿਊ ਟੂ ਪੈਡੀਸਲ, ਅਤੇ ਜਿਹੜੇ ਫੀਮੇਲ ਫਲਾਰ ਆ ਉਹ ਸਰਾਊਂਡਡ ਹੁੰਦੇ ਆ ਬਾਏ ਮੈਨੀ ਮੇਲ ਫਲਾਰਸ ਵਿਚ ਆਰ ਅਰੇਂਜ ਸੈਂਟਰੀਫਿਊਗਲੀ। ਤਾਂ ਆਹ ਦੇਖੋ ਇਹ ਇੱਕ ਟਿਊਬ ਲਾਈਕ ਸਟਰਕਚਰ ਫੀਮੇਲ ਫਲਾਰ ਪ੍ਰੈਜੈਂਟ ਹੁੰਦੇ, ਇਹਦੇ ਆਲੇ ਦੁਆਲੇ ਬਹੁਤ ਸਾਰੇ ਮੇਲ ਫਲਾਰਸ ਪ੍ਰੈਜੈਂਟ ਹੁੰਦੇ ਆ, ਸੈਂਟਰੀਫਿਊਗਲੀ ਇਹ ਅਰੇਂਜਡ ਹੁੰਦੇ ਆ। ਮੇਲ ਫਲਾਰ ਜਿਹੜੇ ਆ ਉਹ ਰਿਪਰੈਜ਼ੈਂਟਡ ਹੁੰਦੇ ਆ ਬਾਏ ਸਿਰਫ ਇੱਕ ਸਟੈਮਨ ਤੋਂ ਆਪਾਂ ਇਹਨਾਂ ਨੂੰ ਪਹਿਚਾਣ ਸਕਦੇ ਹਾਂ, ਜਿਹੜੇ ਆਪਸ 'ਚ ਜੁੜੇ ਹੁੰਦੇ ਆ ਟੂ ਲੌਂਗ ਪੈਡੀਸਲ। ਆਹ ਦੇਖੋ ਥੱਲਿਓਂ ਨਿਕਲ ਕੇ ਐਂ ਲੱਗਦਾ ਹੈ ਕਿ ਉੱਪਰ ਜੁੜੇ ਹੋਏ ਆ। ਇੱਕ ਬ੍ਰੈਕਟ ਹੁੰਦਾ ਆ ਸਕੇਲੀ ਐਟ ਦ ਬੇਸ ਆਫ ਮੇਲ ਫਲਾਰ, ਇਹਦਾ ਐਗਜ਼ਾਮਪਲ ਯੂਫੋਰਬੀਆ। ਯੂਫੋਰਬੀਆ ਅੱਕ ਵਰਗੇ ਜਿਹੜੇ ਅੱਕ ਦੀ ਕੈਟਾਗਰੀ ਆ। ਤਾਂ ਇਹ ਇਹਦੇ ਡਾਇਗਰਾਮ ਤੋਂ ਹੀ ਤੁਸੀਂ ਇਹਦਾ ਡਿਸਕ੍ਰਿਪਸ਼ਨ ਲਿਖ ਸਕਦੇ ਆ। ਆ ਇਸ ਤਰ੍ਹਾਂ ਦਾ ਦਿਖਦਾ ਆ, ਅਗਰ ਖੋਲ੍ਹ ਕੇ ਦੇਖੋ ਤਾਂ ਆ ਇਹਦੇ ਵਿੱਚ ਨੈਕਟਰ ਗਲੈਂਡਸ ਪ੍ਰੈਜੈਂਟ ਹੁੰਦੇ ਆ। ਤਾਂ ਇੱਦਾਂ ਦਾ ਸਟਰਕਚਰ ਬਣਿਆ ਆ, ਮਤਲਬ ਇਨਸੈਕਟਸ ਨੂੰ ਅੰਦਰ ਇਨਸੈਕਟਸ ਆਉਂਦੇ ਆ, ਇਸ ਕਰਕੇ ਇਹਨਾਂ ਦਾ ਇੱਦਾਂ ਦਾ ਡਿਵੈਲਪਮੈਂਟ ਹੋਇਆ ਕੁਝ ਸਪੈਸ਼ਲ ਟਾਈਪ ਆਫ ਫਲਾਰਸ ਦੇ ਵਿੱਚ, ਸਾਰਿਆਂ ਵਿੱਚ ਨਹੀਂ। ਫਿਰ ਜਿਹੜਾ ਲਾਸਟ ਸਪੈਸ਼ਲ ਟਾਈਪ ਆਫ ਇਨਫਲੋਰੈਸੈਂਸ ਹੈਗਾ ਆ ਉਹ ਵਰਟੀਸਿਲਾਸਟਰ। ਇਹ ਵੈਰੀ ਇੰਪੋਰਟੈਂਟ ਆ, ਹਰ ਉਹ 'ਚ ਪੁੱਛ ਲੈਂਦੇ ਆ। ਇਹ ਸਪੈਸ਼ਲ ਟਾਈਪ ਆਫ ਸਾਈਮੋਸ ਇਨਫਲੋਰੈਸੈਂਸ ਆ, ਬਹੁਤ ਸਾਰੇ ਪਲਾਂਟਸ ਦੇ ਵਿੱਚ ਇਹ ਪ੍ਰੈਜੈਂਟ ਹੁੰਦਾ ਆ। ਫੈਮਿਲੀ ਲੇਬੀਐਟੀ, ਲੈਮੀਏਸੀ, ਓਸੀਮਮ ਸੈਂਟਮ, ਸੇਕਰੇਡ ਬੈਸਿਲ ਤੁਲਸੀ ਦੇ ਵਿੱਚ ਇਹ ਪ੍ਰੈਜੈਂਟ ਹੁੰਦਾ ਆ। ਸਾਲਵੀਆ ਦੇ ਵਿੱਚ ਇਹ ਇਨਫਲੋਰੈਸੈਂਸ ਪ੍ਰੈਜੈਂਟ ਹੁੰਦਾ ਆ। ਅਤੇ ਇਹ ਵੀ ਕੰਡੈਂਸਡ ਹੈਡ ਫਾਰਮ ਬਾਏ ਦ ਯੂਨੀਅਨ ਆਫ ਸਾਈਮੋਸ ਇਨਫਲੋਰੈਸੈਂਸ ਇਨ ਦ ਐਕਸਲਸ ਆਫ 2 ਆਪੋਜ਼ਿਟ ਲੀਵਸ ਔਰ ਬ੍ਰੈਕਟਸ। ਤਾਂ ਆਹ ਦੇਖੋ ਇੱਥੇ ਆਹ ਇਨਫਲੋਰੈਸੈਂਸ ਜਿਹੜਾ ਆ ਇਹ ਡਿਵੈਲਪਡ ਆ 2 ਲੀਵਸ ਦੇ ਐਕਸਿਸ ਦੇ ਵਿੱਚ, ਨੋਡਸ 'ਤੇ। ਔਰ ਇਹ ਡਾਈਚੇਜ਼ੀਅਲ ਸਾਈਮ ਅਰਾਈਜ਼ ਇਨ ਦ ਐਕਸਲ ਆਫ ਈਚ ਲੀਫ ਵਿਚ ਲੇਟਰ ਬਿਕਮਸ ਮੋਨੋਚੇਜ਼ੀਅਲ। ਪਹਿਲਾਂ ਡਾਈਚੇਜ਼ੀਅਲ ਪਿੱਛੇ ਤੁਸੀਂ ਪੜ੍ਹਿਆ ਹੀ ਆ ਕਿ ਬ੍ਰਾਂਚਡ ਹੁੰਦੇ ਆ, ਫਿਰ ਬਾਅਦ 'ਚ ਇਹ ਸਿੰਗਲ ਬ੍ਰਾਂਚ ਹੀ ਦੇਖਦੀ ਹੈ ਇਹਦੇ ਵਿੱਚ। ਇਹਦੇ ਵਿੱਚ ਜਿਹੜੇ ਇਹ ਫਲਾਰਸ ਆ ਸਿਸਾਈਲ ਹੁੰਦੇ ਆ, ਕੋਈ ਸਟਾਕ ਨਹੀਂ ਹੁੰਦਾ ਹੈਗਾ। ਜ਼ਾਈਗੋਮੋਰਫਿਕ ਪਿੱਛੇ ਅਸੀਂ ਪੜ੍ਹਿਆ ਆ ਕਿ ਕਿਸੇ ਵੀ ਪਲੇਨ 'ਚੋਂ ਕੱਟਾਂਗੇ ਤਾਂ ਇਕੁਅਲ ਹਾਫਸ 'ਚ ਡਿਵਾਈਡ ਹੋ ਜਾਂਦੇ ਆ। ਬਾਈਲੇਬੀਏਟ ਮਤਲਬ 2 ਲਿਪਸ ਤੁਹਾਨੂੰ ਦਿਖਣਗੇ, 2 ਲੋਬਡ ਇਹ ਦਿਖਣਗੇ ਫਲਾਰਸ। ਅਤੇ ਕਲਸਟਰ ਔਰ ਵਰਟੀਸਲ ਫਾਲਸ ਵਰਲ ਰਾਊਂਡ ਦਾ ਸਟੈਮ, ਇਹ ਇਸ ਤਰ੍ਹਾਂ ਦਾ ਦੇਖੋ ਗੁੱਛਾ ਜਿਹਾ ਬਣਿਆ ਹੁੰਦਾ ਆ। 2 ਆਪੋਜ਼ਿਟ ਕਲਸਟਰਸ ਟੂਗੈਦਰ ਆਰ ਨੋਨ ਐਜ਼ ਵਰਟੀਸਿਲਾਸਟਰ। ਤਾਂ ਆਹ ਐ ਤੁਹਾਨੂੰ ਦਿਖੂਗੇ ਕਿ ਪਿੱਛੇ ਵੀ ਗੁੱਛਾ ਬਣਿਆ ਹੋਇਆ ਸਟੈਮ ਦੇ, ਮੋਹਰੇ ਵੀ ਆ ਦੇਖੋ 3 ਡਾਇਮੈਂਸ਼ਨਲ।
ਸਟਰਕਚਰ ਆ ਇੱਥੇ ਉਹਨਾਂ ਨੇ ਕਲੀਅਰ ਦਿਖਾਇਆ ਆ ਕਿ ਆਹ ਅੱਗੇ ਵੀ ਗਰੁੱਪ ਆ ਗੁੱਛਾ ਆ ਅਤੇ ਆ ਪਿੱਛੇ ਦੀ ਸਾਈਡ ਵੀ ਗੁੱਛਾ ਆ ਕਿ ਸਟੈਮ ਨੂੰ ਪੂਰੇ ਚਾਰੋਂ ਪਾਸਿਓਂ ਘੇਰਿਆ ਹੋਇਆ ਆ। ਤਾਂ ਇਹ ਵਰਟੀਸਲਾਸਟਰ ਮਤਲਬ ਕਿਸੇ ਚੀਜ਼ ਦੇ ਉੱਪਰ ਜੇ ਅਸੀਂ ਰਿੰਗ ਪਾ ਦਈਏ ਉਹਨੂੰ ਢੱਕ ਲਈਏ ਤਾਂ ਉਹ ਵਰਟੀਸਲਾਸਟਰ ਟਾਈਪ ਆਫ ਇਨਫਲੋਰੈਸੈਂਸ ਜਿਹੜਾ ਹੋ ਗਿਆ। ਇੱਥੋਂ ਅਸੀਂ ਡਿਫਰੈਂਸ ਤਾਂ ਜੋ ਅਸੀਂ ਪੜ੍ਹਿਆ ਆ ਉਹਨੂੰ ਤੁਸੀਂ 2 ਲਾਈਨਾਂ 'ਚ ਵੀ ਲਿਖ ਦਿਓ, ਬਹੁਤ ਆ। ਫਿਰ ਅਸੀਂ ਕਿਹੜੇ ਇਨਫਲੋਰੈਸੈਂਸ ਪੜ੍ਹੇ ਆ ਇਹ ਤਾਂ ਕਲੀਅਰ ਕੱਟ ਤੁਹਾਨੂੰ ਪਤਾ ਹੀ ਆ। ਇਨਫਲੋਰੈਸੈਂਸ ਰੈਸੀਮ ਹੋ ਗਿਆ, ਸਾਈਮੋਸ ਹੋ ਗਿਆ ਅਤੇ ਥਰਡ ਸਪੈਸ਼ਲ ਟਾਈਪ ਆ। ਸਪੈਸ਼ਲ ਦੇ ਵਿੱਚ ਅਸੀਂ 3 ਪੜ੍ਹੇ ਆ, ਹਾਈਪੈਂਥੋਡੀਅਮ, ਸਾਈਥੀਅਮ ਅਤੇ ਵਰਟੀਸਲਾਸਟਰ। ਔਰ ਇਹਦੇ ਵਿੱਚ ਸਾਈਮੋਸ ਦੇ ਵਿੱਚ ਯੂਨੀ, ਬਾਈ ਅਤੇ ਮਲਟੀਪੈਰਸ। ਔਰ ਜਿਹੜੇ ਰੈਸੀਮੋਸ ਆ ਸਿੰਪਲ ਕੰਪਾਊਂਡ, ਸਿੰਪਲ ਵੀ ਅਲੱਗ ਤਰ੍ਹਾਂ ਦੇ ਆ ਅਤੇ ਸਿੰਪਲ ਸਪਾਈਕ, ਸਿੰਪਲ ਕੈਟਕਿਨ ਅਤੇ ਕੰਪਾਊਂਡ ਸਪਾਈਕ, ਕੰਪਾਊਂਡ ਕੈਟਕਿਨ। ਇਹ ਇਨਫਲੋਰੈਸੈਂਸ ਇਹ ਤਾਂ ਜਸਟ ਇੱਕ ਸਮਰੀ ਆ। ਇਹਦੇ ਨਾਲ ਇਨਫਲੋਰੈਸੈਂਸ ਖ਼ਤਮ ਹੋ ਗਿਆ ਅਤੇ ਕੁਛ ਬੇਸਿਕ ਟਰਮਸ ਫਲਾਰ ਦੀਆਂ ਖ਼ਤਮ ਹੋ ਗਈਆਂ ਆ। ਇਸ ਤੋਂ ਬਾਅਦ 'ਚ ਅਸੀਂ ਡਿਟੇਲ 'ਚ ਪੜ੍ਹਨਾ ਆ ਆਪਣਾ ਪੈਟਲ, ਸੈਪਲ, ਐਂਡਰੋਸ਼ੀਅਮ, ਗਾਇਨੋਸ਼ੀਅਮ ਅਤੇ ਇਹ ਵਾਲਾ ਚੈਪਟਰ ਸਾਡਾ ਫਿਨਿਸ਼ ਹੋ ਜਾਣਾ ਆ। ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ।